ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਖਬਰ ਤੇ ਨਜ਼ਰ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਮੈਂ ਰਾਜਕਰਮੀਰ ਸਿੰਘ, ਮੇਰੇ ਨਾਲ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ। ਅੱਜ ਹੈ 28 ਮਈ ਦਿਨ ਸ਼ਨੀਚਰਵਾਰ। ਮਿੰਟੂ ਗੁਰੂਸਰੀਆ ਜੀ ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 722 408 272 2500 4082722500। ਟੇਰਕੇਨਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਦਾ ਕੰਮ, ਕਾਲ ਕਰੋ ਅਟਰਨੀ ਜੇ ਟੇਰਕੇਨਾ 415 909 0503। ਗੁਰਦੀਪ ਸਿੰਘ ਵਿਰਦੀ ਕਲੋਵਿਸ, ਕ੍ਰਿਸ਼ਨ ਧਨੋਤਾ ਯੂਬਰ ਸਿਟੀ, ਬਲਜਿੰਦਰ ਸਿੰਘ ਨੇਜਰ ਵੁੱਡਲੈਂਡ, ਪਰਮਜੀਤ ਕੌਰ ਰੰਗੀ ਵੈਕਾਵਿਲ, ਹਰਨੇਕ ਸਿੰਘ ਪਾਵਲਾ ਰੈਂਟਨ ਵਾਸ਼ਿੰਗਟਨ, ਜੀਐਨ ਟਾਇਰ ਐਂਡ ਲੂਬ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਾਨੈਲਾ ਮੰਡੇਰਾ ਦੇ ਵਿੱਚ ਲੋਕੇਸ਼ਨ ਨੇ। ਕਾਲ ਕਰ ਸਕਦੇ ਹੋ ਨਿੰਮਾ ਸਹੋਤਾ 209 277 0113। ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ, ਜਿਹੜੇ ਕਿ ਤੁਹਾਨੂੰ ਟਰੱਕ ਚਲਾਉਣ ਦੀ ਸਿਖਲਾਈ ਵਧੀਆ ਢੰਗ ਦੇ ਨਾਲ ਦਿੰਦੇ ਹਨ। ਕਾਲ ਅਜੀਤ ਅਟਵਾਲ 559 374 4541। ਜੱਸੀ ਗਿੱਲ ਪਲੰਬਿੰਗ ਵਾਲੇ, ਧਰਮ ਸਿੰਘ ਬੇਕਰਸਫੀਲਡ, ਗੁਰਮੀਤ ਸਿੰਘ ਧਿਆਨ ਕੌਰ ਸਮਰਾ ਮੋਡੈਸਟੋ, ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਜਾਈਏ ਮਿੰਟੂ ਜੀ। ਬੜੀ ਹਲਚਲ ਰਹੀ ਆ, ਰਾਜ ਸਭਾ ਦੇ ਮੈਂਬਰ ਐਲਾਨੇ ਗਏ ਆ, ਕਿਸਾਨ ਵਰਸਸ ਕਿਸਾਨ ਹੋ ਗਿਆ, ਸਿਕਿਉਰਟੀਆਂ ਵਾਪਸ ਹੋ ਗਈਆਂ, ਕੀ ਕੁਝ ਹੋਇਆ ਜੀ ਇਸ ਸਾਰੇ ਕਾਸੇ ਦੇ ਉੱਤੇ ਅੱਜ? ਜੀ ਅੱਜ ਕੁਝ ਅਹਿਮ ਖਬਰਾਂ ਨੇ, ਅੱਜ ਕੁਝ ਵੱਡੀਆਂ ਖਬਰਾਂ ਨੇ। ਸ਼ੁਰੂਆਤ ਕਰਦੇ ਹਾਂ ਇੱਕ ਵੱਡੀ ਖਬਰ ਤੋਂ ਜੋ ਰਾਜਨੀਤੀ ਹਲਕਿਆਂ ਚੋਂ ਨਿਕਲ ਕੇ ਆਈ ਹੈ। ਰਾਜ ਸਭਾ ਦੇ ਵਾਸਤੇ ਜਿਹੜੀਆਂ ਚੋਣਾਂ ਹੋਣ ਜਾ ਰਹੀਆਂ, ਉਹਦੇ ਰਹਿੰਦੇ 2 ਉਮੀਦਵਾਰ ਵੀ ਆਮ ਆਦਮੀ ਪਾਰਟੀ ਨੇ ਫਾਈਨਲ ਕਰ ਦਿੱਤੇ ਨੇ। ਦੋਵੇਂ ਨਾਮ ਕਾਫੀ ਪ੍ਰਸਿੱਧ ਨੇ। ਇਹਨਾਂ ਦੇ ਵਿੱਚ ਸੰਤ ਬਲਵੀਰ ਸੀਚੇਵਾਲ ਤੇ ਦੂਸਰੇ ਵਿਕਰਮਜੀਤ ਸੈਣੀ। ਤਾਂ ਵਿਕਰਮਜੀਤ ਸੈਣੀ ਬਾਰੇ ਸ਼ਾਇਦ ਕੁਝ ਲੋਕ ਨਹੀਂ ਜਾਣਦੇ ਹੋਣਗੇ, ਥੋੜਾ ਜਿਹਾ ਆਪਾਂ ਉਹਨਾਂ ਦਾ ਤਾਰਫ ਕਰਵਾ ਦਈਏ। ਤਾਂ ਉਹ ਸਾਨੀ ਸਾਹਿਬ ਜਿਹੜੇ ਆ, ਉਹ ਸਨ ਗਰੁੱਪ ਦੇ ਫਾਊਂਡਰ ਨੇ। ਇਸ ਤੋਂ ਇਲਾਵਾ ਨਰਿੰਦਰ ਮੋਦੀ ਦੀ ਸਰਕਾਰ ਹੋਵੇ, ਚਾਹੇ ਪੰਜਾਬ ਦੀ ਕੋਈ ਵੀ ਗੌਰਮੈਂਟ ਹੋਵੇ, ਉਹ ਕਿਤੇ ਨਾ ਕਿਤੇ ਤੁਹਾਨੂੰ ਫਰੇਮ ਦੇ ਵਿੱਚ ਨਜ਼ਰ ਆਉਂਦੇ ਨੇ। ਅੱਛੇ ਕਾਰੋਬਾਰੀ ਨੇ, ਗਾਇਕੀ ਵੀ ਕਰਦੇ ਨੇ, ਸਮਾਜ ਸੇਵਾ ਵੀ ਕਰਦੇ ਨੇ। ਇਤਫਾਕਨ ਦੋਨੇ ਸਮਾਜ ਸੇਵੀ ਤੇ ਹੈ, ਦੋਨੇ ਪਦਮ ਸ਼੍ਰੀ ਆ। ਤਾਂ ਇੱਕ ਐਸੀ, ਜਿੱਦਾਂ ਕਹਿ ਲਈਏ ਕਿ ਸਿਆਸਤ ਦੀ ਖੇਡ ਹੁੰਦੀ ਹੈ ਕਈ ਵਾਰ, ਕਿ ਫਿਰ ਚਾਹ ਕੇ ਵੀ ਆਲੋਚਕ ਤੁਹਾਡੇ ਬੋਲ ਨਹੀਂ ਸਕਦੇ। ਕਿਉਂ? ਇਹਦਾ ਇੱਕ ਕਾਰਨ ਆ ਕਿ 2 ਐਸੇ ਨਾਮ ਜਿਹੜੇ ਸ਼ਾਇਦ ਕਹਿੰਦੇ ਆ ਕਿ ਭਗਵੰਤ ਮਾਨ ਨੇ ਖੁਦ ਫਾਈਨਲ ਕੀਤੇ ਨੇ, ਕਿਉਂਕਿ ਪਹਿਲੇ ਪੰਜਾਂ 'ਚ ਕਹਿੰਦੇ ਆ ਕਿ ਵਾਹ ਨਹੀਂ ਸੀਗੀ ਚੱਲੀ। ਪਰ ਇਹਨਾਂ ਬਾਰੇ ਕਿਹਾ ਜਾ ਰਿਹਾ ਕਿ ਕਿਉਂਕਿ ਤੁਸੀਂ ਦੇਖਿਆ ਹੋਵੇਗਾ, ਆ ਪਿਛਲੇ ਦਿਨ ਹੀ ਭਗਵੰਤ ਮਾਨ ਇੱਕ ਬਰਸੀ ਦੇ ਮੌਕੇ 'ਤੇ ਬਲਵੀਰ ਸੀਚੇਵਾਲ ਜੀ ਦੇ ਕੋਲ ਉੱਥੇ ਗਏ ਵੀ ਸਨ। ਤਾਂ ਕਾਫੀ ਲੰਮੀ ਚੌੜੀ ਇਹਨਾਂ ਦੀ ਗੁਫ਼ਤਗੂ ਵੀ ਹੋਈ ਆ। ਤਾਂ ਕਿਹਾ ਜਾ ਰਿਹਾ ਕਿ ਐਤਕੀ ਦੀ ਜਿਹੜੀ ਇਹ ਸਭ ਕੁਛ ਮਤਲਬ ਕਿ ਜੋ ਕੀਤਾ ਜਾ ਰਿਹਾ, ਸਾਰੀ ਜਿਹੜੀ ਸਿਆਸੀ ਖੇਡ ਆ, ਇਹਦੇ ਵਿੱਚ ਸਭ ਤੋਂ ਵੱਡਾ ਜਿਹੜਾ ਹੈਂਡ ਹੈ ਉਹ ਭਗਵੰਤ ਮਾਨ ਦਾ ਹੈ। ਕਿੰਨੀ ਕੁ ਸੱਚਾਈ ਆ, ਕਿੰਨਾ ਕੁ ਇਹਦੇ ਵਿੱਚ ਗੌਸਿਪ ਆ, ਆਉਣ ਵਾਲੇ ਦਿਨਾਂ 'ਚ ਪਤਾ ਲੱਗ ਜਾਏਗਾ ਕਿੰਨਾ ਕੁ ਕੱਚ ਆ, ਕਿੰਨਾ ਕੁ ਸੱਚ ਆ। ਤਾਂ ਖੈਰ ਚਰਚਾ ਜ਼ਰੂਰ ਚੱਲਦੀ ਆ। ਚਰਚਾ ਇਸ ਪੱਖ ਤੋਂ ਵੀ ਚੱਲ ਰਹੀ ਆ ਕਿ ਇਸ ਮੂਵ ਦੇ ਪਿੱਛੇ ਇੱਕ ਵੱਡੀ ਵਜ੍ਹਾ ਸੰਗਰੂਰ ਦੀ ਜ਼ਿਮਨੀ ਚੋਣ ਆ। ਕਿਉਂਕਿ ਤੁਹਾਨੂੰ ਸਭਨਾਂ ਨੂੰ ਪਤਾ ਹੋਏਗਾ ਕਿ ਜਿਸ ਵੇਲੇ ਇਹਨਾਂ ਨੇ ਪਹਿਲੇ 5 ਉਮੀਦਵਾਰ ਦਿੱਤੇ ਸਨ ਰਾਜ ਸਭਾ ਵਾਸਤੇ, ਤਾਂ ਠੀਕ ਉਸ ਵੇਲੇ ਨਾ ਸਿਰਫ ਆਲੋਚਕਾਂ ਨੇ ਆਲੋਚਨਾ ਕੀਤੀ, ਇਹਨਾਂ ਦੇ ਸਿਆਸੀ ਵਿਰੋਧੀਆਂ ਨੇ ਸਵਾਲ ਚੁੱਕੇ, ਬਲਕਿ ਸਭ ਤੋਂ ਵੱਡੀ ਗੱਲ ਜਿਹੜੀ ਸੀ ਕਿ ਪਾਰਟੀ ਦੇ ਅੰਦਰੋਂ ਵੀ ਦਬਵੀਂ ਆਵਾਜ਼ ਦੇ ਵਿੱਚ ਮੁਖਾਲਫਤ ਆਈ ਸਕੇ। ਸੋ ਅਹਿਮ ਚੋਣ ਹੈ। ਮੁੱਖ ਮੰਤਰੀ ਦਾ ਆਪਣਾ ਛੱਡਿਆ ਹੋਇਆ ਲੋਕ ਸਭਾ ਹਲਕਾ, ਜਿਹਦੇ ਵਿੱਚ ਜ਼ਿਮਨੀ ਚੋਣ ਦਾ ਟੈਸਟ ਦੇਣ ਜਾ ਰਹੇ ਆ, ਤਾਂ ਉੱਥੇ ਕਿਤੇ ਨਾ ਕਿਤੇ ਇਹ ਕਹਿ ਲਓ ਕਿ ਸਾਰੀ ਭਰਪਾਈ ਕਰਕੇ ਜਾਣਾ ਚਾਹੁੰਦੇ ਅਗਲੀ ਪਿਛਲੀ, ਕਿ ਉੱਥੇ ਕੋਈ ਕੋਰ ਕਸਰ ਜਿਹੜੀ ਆ ਬਾਕੀ ਨਾ ਰਹਿ ਜਾਵੇ। ਸੋ ਇਸ ਕਰਕੇ ਕਹਿੰਦੇ ਆ ਕਿ ਬਹੁਤ ਸੋਚ ਸਮਝ ਕੇ ਮੂਵ ਜਿਹੜਾ ਹੈ ਚੱਲਿਆ ਗਿਆ। ਦੇਖੋ, ਬਿਲਕੁਲ ਦੋਹਾਂ ਹਸਤੀਆਂ ਬਾਰੇ
ਹੁਣ ਕੀ ਕਹਿ ਸਕਦੇ ਹਾਂ ਆਪਾਂ, ਕੋਈ ਨਹੀਂ ਬੋਲ ਰਿਹਾ, ਬਹੁਤ ਘੱਟ ਲੋਕ ਆ, ਪਰ ਦੱਬਵੀਂ ਆਵਾਜ਼ ਦੇ ਵਿੱਚ ਜਾਂ ਕਹਿ ਲਓ ਕਿ ਥੋੜ੍ਹੀ ਜਿਹੀ ਸਹੀ ਮੁਖਰ ਆਵਾਜ਼ ਦੇ ਵਿੱਚ ਵੀ ਆਵਾਜ਼ ਆ ਰਹੀ ਹੈ ਕਿ ਬਈ ਇਹ ਵੀ ਜਿਹੜੀ ਚੋਣ ਆ ਗਲਤ ਹੈ। ਖੈਰ ਪਾਰਟੀ ਹੈ, ਉਹਨਾਂ ਨੇ ਆਪਣੇ ਪੱਧਰ 'ਤੇ ਫੈਸਲੇ ਲੈਣੇ ਆ। ਪਰ ਦੋ ਦਿਲਚਸਪ ਗੱਲਾਂ ਨੇ 70 ਸਾਲ ਦੇ ਇਤਿਹਾਸ 'ਚ ਪੰਜਾਬ ਵੰਨਿਓ ਕਾਂਗਰਸ ਦੀ ਜਿਹੜੀ ਨੁਮਾਇੰਦਗੀ ਹੈ ਰਾਜ ਸਭਾ 'ਚ ਮੰਨਫੀ ਹੋ ਗਈ ਹੈ, ਨੰਬਰ 1। ਨੰਬਰ 2 ਗੱਲ ਇਹ ਆ ਕਿ ਦੇਖੋ ਇਹ ਜਿਹੜੀਆਂ ਜਿੰਨੀਆਂ ਵੀ ਇਹਨਾਂ ਨੇ ਸੀਟਾਂ ਭਰਨੀਆਂ, ਕਿਉਂਕਿ ਇਹ ਵੀ ਤੁਸੀਂ ਕਹਿ ਲਓ ਕਿ ਬਸ ਇੱਕ ਖਾਨਾ ਪੂਰਤੀ ਆ, ਇਹ 2 ਰਾਜ ਸਭਾ ਦੇ ਮੈਂਬਰ ਸਮਝ ਲਓ ਕਿ ਅੱਜ ਤੋਂ ਰਾਜ ਸਭਾ ਦੇ ਵਿੱਚ ਐਂਟਰ ਹੋਣੇ ਸਟਾਰਟ ਹੋ ਗਏ। 7 ਨੇ, ਤਾਂ 7 ਦੇ ਵਿੱਚ ਜੇ ਤੁਸੀਂ ਦੇਖੋਗੇ ਔਰਤ ਵਰਗ ਦੀ ਨੁਮਾਇੰਦਗੀ ਜਿਹੜੀ ਹੈ ਉਹ ਮੰਨਫੀ ਹੈ। ਇਸ ਤੋਂ ਇਲਾਵਾ ਜੇ ਤੁਸੀਂ ਦੇਖੋਗੇ ਪਛੜੀਆਂ ਸ਼੍ਰੇਣੀਆਂ ਜਿਨ੍ਹਾਂ ਲਈ ਸੀਟਾਂ ਰਿਜ਼ਰਵ ਹੁੰਦੀਆਂ ਨੇ, ਜਿਨ੍ਹਾਂ ਦੀ ਵੋਟ ਜਿਹੜੀ ਹਾਸਲ ਕਰਨ ਵਾਸਤੇ ਏਜੰਡੇ ਦਿੱਤੇ ਜਾਂਦੇ ਨੇ, ਸੈੱਟ ਕੀਤੇ ਜਾਂਦੇ ਨੇ, ਇਸ ਤੋਂ ਇਲਾਵਾ ਲਾਰੇ ਵਾਅਦੇ ਬਹੁਤ ਕੁਝ ਕੀਤਾ ਜਾਂਦਾ, ਉਹਨਾਂ ਦੀ ਨੁਮਾਇੰਦਗੀ ਜਿਹੜੀ ਮੰਨਫੀ ਹੈ। ਦੂਸਰੀ ਚੀਜ਼, ਅਸੀਂ ਸਭ ਤੋਂ ਵੱਡਾ ਸਵਾਲ ਇਹ ਕਰਦੇ ਹਾਂ ਕਿ ਸਾਡੀ ਕਿਸੇ ਪਰਸਨਲ ਬੰਦੇ ਦੇ ਨਾਲ ਕੋਈ ਦਵੈਸ਼, ਕੋਈ ਉਹਦੇ ਨਾਲ ਸਾਡੀ ਕੋਈ ਵਿਰੋਧਤਾ ਨਹੀਂ ਹੈ। ਮਸਲਾ ਇਹ ਆ ਕਿ 7 ਦੇ 7 ਜੇ ਤੁਸੀਂ ਕਾਗਜ਼ 'ਤੇ ਔਨ ਪੇਪਰ ਲੈ ਜਾਓਗੇ ਤਾਂ ਕਦੇ ਵੇਖ ਕੇ ਥੋੜ੍ਹੀ ਜਿਹੀ ਇਮੈਜੀਨੇਸ਼ਨ ਕਰਿਓ ਕਿ ਫਰਜ਼ ਕਰੋ ਕਿ ਕੱਲ੍ਹ ਨੂੰ ਪੰਜਾਬ ਦੇ ਹਿੱਤ ਦੇ ਵਿੱਚ ਕੋਈ ਕਰੜਾ ਸਟੈਂਡ ਲੈਣਾ ਪੈਂਦਾ, ਮੋਦੀ ਸਰਕਾਰ ਦੀਆਂ ਨੀਤੀਆਂ ਦੀ ਖੁੱਲ੍ਹ ਕੇ ਆਲੋਚਨਾ ਕਰਨੀ ਪੈਂਦੀ ਆ, ਸਟੇਟ ਦੇ ਖਿਲਾਫ ਸੀਨਾ ਤਾਣ ਕੇ ਬੋਲਣਾ ਪੈਂਦਾ, ਪੰਜਾਬ ਦੇ ਹਿੱਤਾਂ ਵਾਸਤੇ ਕਿਤੇ ਰਾਜਨੀਤਿਕ ਤਿਆਗ ਕਰਨਾ ਪੈਂਦਾ, ਤਾਂ ਤੁਸੀਂ ਆਪ ਹੀ ਉਸ ਪੇਪਰ 'ਤੇ ਕੈਲਕੂਲੇਸ਼ਨ ਕਰਕੇ ਸਿੱਟਾ ਕੱਢ ਲੈਣਾ ਕਿ ਸਿੱਟਾ ਕੀ ਹੋਏਗਾ। ਇੱਥੇ ਘੱਟ ਗਿਣਤੀਆਂ ਦਾ ਮਸਲਾ, ਪੰਜਾਬ ਦੇ ਹੱਕ ਹਕੂਕ ਦਾ ਮਸਲਾ, ਜ਼ਬਰ ਜ਼ੁਲਮ ਦੇ ਖਿਲਾਫ ਬੋਲਣ ਦਾ ਜਿਹੜਾ ਮਸਲਾ ਹੈ, ਜੇ ਉਹਨਾਂ ਸਾਰੀਆਂ ਚੀਜ਼ਾਂ ਨੂੰ ਆਧਾਰ ਬਣਾ ਕੇ ਤੁਸੀਂ ਇਹਨਾਂ ਚੀਜ਼ਾਂ ਦੀ ਪੁਣਛਾਣ ਕਰੋਗੇ, ਇਹਨਾਂ ਚੀਜ਼ਾਂ ਦੀ ਘੋਖ ਪੜਤਾਲ ਕਰੋਗੇ, ਤਾਂ ਮੇਰੇ ਖਿਆਲ ਦੇ ਨਾਲ ਉੱਤਰ ਜਿਹੜਾ ਹੈ ਉਹ ਆ ਜਾਏਗਾ। ਪਰ ਅਫਸੋਸ ਕਿ ਥੋੜ੍ਹਾ ਨਿਰਾਸ਼ਜਨਕ ਰਹੇਗਾ। ਖੈਰ, ਦੂਜੀ ਖਬਰ ਅੱਜ ਦੀ ਜਿਹੜੀ ਸੀਗੀ ਉਹ ਅਹਿਮ ਸੀਗੀ ਸਿਕਿਉਰਿਟੀ ਦੇ ਮਾਮਲੇ 'ਚ। ਅੱਜ ਸਵੇਰੇ ਹੀ ਭੜਥੂ ਪੈ ਗਿਆ, 450 ਕਹਿੰਦੇ ਜੀ ਕਿ VIPs ਦੀ ਸਿਕਿਉਰਿਟੀ ਜਿਹੜੀ ਆ ਵਾਪਸ ਲੈ ਲਈ ਗਈ। ਪਹਿਲੀ ਗੱਲ ਇੱਥੇ ਇਹ ਆ ਕਿ ਵੇਖੋ, ਜਦੋਂ ਵੀ ਇਸ ਤਰ੍ਹਾਂ ਦਾ ਮਸਲਾ ਹੁੰਦਾ ਹੈ ਤੇ ਅੱਜ ਕੱਲ੍ਹ ਇੱਕ ਇਵੈਂਟ ਮੈਨੇਜਮੈਂਟ ਦੀ ਆਦਤ ਪੈ ਗਈ ਹੈ ਸਰਕਾਰਾਂ ਨੂੰ, ਕੋਈ ਵੀ ਡਿਸੀਜਨ ਲਿਆ ਜਾਂਦਾ ਹੈ ਤੇ ਉਹਨੂੰ ਬਹੁਤ ਵਡਿਆ ਕੇ, ਬਹੁਤ ਫੈਲਾ ਕੇ ਦਰਸਾਇਆ ਜਾਂਦਾ ਹੈ। ਹਕੀਕਤ ਜਿਹੜੀ ਸੀ ਉਹ ਕੁਛ ਹੋਰ ਸੀ। ਖੈਰ, ਅੱਜ ਕੱਲ੍ਹ ਤੁਹਾਨੂੰ ਪਤਾ ਮੀਡੀਆ ਅਦਾਰੇ, ਕੁਛ ਰਿਪੋਰਟਰ ਸਾਹਿਬਾਨ ਅੱਜ ਕੱਲ੍ਹ ਜਿੱਦਾਂ ਚੱਲਦੇ ਆ, ਤਸਦੀਕ ਜਾਣਕਾਰੀ ਵੀ ਜਿਹੜੀ ਆ ਉਹ ਘੰਟੇ 2 ਘੰਟਿਆਂ ਬਾਅਦ ਆਉਂਦੀ ਆ। ਤਾਂ ਜਿਹੜਾ ਉਹ ਡਾਕੂਮੈਂਟ ਕਹਿ ਲਓ 14 ਪੰਨਿਆਂ ਦਾ ਜਾਰੀ ਹੋਇਆ, ਜਾਰੀ ਨਹੀਂ ਕਹਿ ਸਕਦੇ, ਲੀਕ ਹੋਇਆ ਕਹਿ ਸਕਦੇ ਹਾਂ। ਇਹ ਵੀ ਇੱਕ ਬੜੀ ਜਿੱਦਾਂ ਕਹਿ ਲਓ ਦਿਲਚਸਪ ਸਥਿਤੀ ਹੈ ਕਿ ਸਿਕਿਉਰਿਟੀ ਜਿਹੜੀ ਆ ਸੂਬਾ ਸਰਕਾਰ ਨੇ ਦਿੱਤੀ ਹੋਈ ਆ VIPs ਨੂੰ। ਦਿੱਤੀ ਕਿਉਂ ਆ ਕਿ ਇਹਨਾਂ ਨੂੰ ਵਾਕਿਆ ਜੀ ਕੋਈ ਥ੍ਰੈਟ ਹੈ, ਜ਼ਰੂਰਤ ਹੈ। ਪਰ ਦੂਸਰੇ ਪਾਸੇ ਇਸ ਤਰ੍ਹਾਂ ਦਾ ਜਿਹੜਾ ਕੌਨਫੀਡੈਂਸ਼ੀਅਲ ਡਾਕੂਮੈਂਟ ਆ ਉਹ ਤੁਸੀਂ ਪਬਲਿਕ ਦੇ ਵਿੱਚ ਲੀਕ ਕਰ ਦਿੰਦੇ ਹੋ ਜਾਂ ਕਰਵਾ ਦਿੰਦੇ ਹੋ। ਇਹ ਇੱਕ ਆਪਣੇ ਆਪ ਦੇ ਵਿੱਚ ਗੰਭੀਰ ਮਸਲਾ ਹੈ। ਕਿਉਂ? ਕਿਉਂਕਿ ਉਹ ਸਾਰੇ ਨਾ ਸਿਰਫ ਨਾ ਜਨਤਕ ਹੋ ਰਹੇ ਨੇ, ਬਲਕਿ ਨਫਰੀ ਵਗੈਰਾ ਦਾ ਵੀ ਪਤਾ ਲੱਗ ਰਿਹਾ। ਖੈਰ, ਦੂਜੀ ਚੀਜ਼ ਕਿ ਦੇਖੋ ਅਧੂਰਾ ਸੱਚ ਕਿਸ ਤਰ੍ਹਾਂ ਸਫ਼ਰ ਤੈਅ ਕਰ ਲੈਂਦਾ ਜਦੋਂ ਤੱਕ ਪੂਰਾ ਸੱਚ ਫੀਤੇ ਕੱਸਦਾ ਵੋਟਾਂ ਦੇ। ਹੋਇਆ ਕੀ ਹੈ ਕਿ ਜੇ ਤੁਸੀਂ ਉਹਨਾਂ ਡਾਕੂਮੈਂਟਸ ਨੂੰ ਧਿਆਨ ਨਾਲ ਪੜ੍ਹੋਗੇ, ਪਹਿਲੀ ਗੱਲ ਤਾਂ ਇਹ ਹੈ ਕਿ ਉਹਨਾਂ ਦੇ ਵਿੱਚ ਸਿਕਿਉਰਿਟੀ ਵਾਪਸ ਨਹੀਂ ਲਈ ਗਈ ਸਾਰੀ ਦੀ ਸਾਰੀ, ਬਲਕਿ ਇੱਕ ਕੱਟ ਲਾਇਆ ਗਿਆ। ਮਸਲਨ ਮਿਸਾਲ ਦੇ ਤੌਰ 'ਤੇ ਮੈਂ ਦੱਸਾਂ ਤਾਂ 12 ਦੇ ਵਿੱਚੋਂ 1 ਵਾਪਸ ਲੈ ਲਿਆ 11, 8 ਦੇ ਵਿੱਚੋਂ 2 ਵਾਪਸ ਬੁਲਾ ਲਏ 6। ਇਸ ਤਰ੍ਹਾਂ VIPs ਦੀ ਸਿਕਿਉਰਿਟੀ ਦੇ ਵਿੱਚ ਛੋਟਾ ਜਿਹਾ ਕੱਟ ਲਾਇਆ ਗਿਆ। ਪਰ ਇੱਥੇ ਕੀ ਕਿਹਾ, ਫਲਾਣੇ ਸਿੱਧੂ ਮੂਸੇਵਾਲੇ ਦੀ ਵੀ ਸਿਕਿਉਰਿਟੀ ਵਾਪਸ, ਧਮਕਾਣੇ ਦੀ ਵੀ ਸਿਕਿਉਰਿਟੀ ਵਾਪਸ, ਜਦ ਕਿ ਉਹ ਅਧੂਰਾ ਸੱਚ ਸੀ। ਸੱਚ ਇਹ ਆ ਕਿ ਕੁਝ ਦਿਨਾਂ ਵਾਸਤੇ ਸ਼ਾਇਦ ਜੋ ਘੱਲੂਘਾਰਾ ਦਿਹਾੜਾ ਆ ਰਿਹਾ ਵਾ ਉਹਦੇ ਮੱਦੇ ਨਜ਼ਰ ਲਾਅ ਐਂਡ ਆਰਡਰ ਵਾਸਤੇ ਇਹਨਾਂ ਨੇ ਵਕਤੀ ਤੌਰ 'ਤੇ VIPs ਤੋਂ 1-1, 2-2, 3-3 ਯਾਨੀ ਉਹ ਜਿਹੜੇ ਗਨਮੈਨ ਸੀ ਉਹ ਵਾਪਸ ਬੁਲਾਏ ਨੇ ਕੁਝ ਸਮੇਂ ਵਾਸਤੇ। ਇਹ ਸਾਰਾ ਉਹਦੇ 'ਤੇ ਜ਼ਿਕਰ ਹੈ ਜਿਹੜਾ ਕਾਗਜ਼ ਅੱਜ ਕੱਲ੍ਹ ਲੀਕ ਹੋ ਗਿਆ। ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਸਵਾਲ ਆ ਕਿ ਇਹਦੇ 'ਤੇ ਬਈ ਇੰਨਾ ਜ਼ਿਆਦਾ ਵਡਿਆ ਕੇ, ਇੰਨਾ ਜ਼ਿਆਦਾ ਚਮਕਾ ਕੇ ਸੋਸ਼ਲ ਮੀਡੀਆ 'ਤੇ ਉੱਥੇ ਬੁਲਾਉਣ ਦਾ ਕੀ ਤੋਕੇ ਸਮਝ ਨਹੀਂ ਆਉਂਦੀ। ਪਰ ਇਹ ਮੁੱਦਾ ਹੋਰ ਵੀ ਭਖ ਗਿਆ ਉਦੋਂ ਜਦੋਂ
ਜਥੇਦਾਰ ਜੀ ਨੇ ਜਿਹੜੇ ਸਾਹਿਬ ਸ੍ਰੀ ਆਪਾਂ ਦੇਖੀਏ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਗਿਆਨੀ ਹਰਪ੍ਰੀਤ ਸਿੰਘ ਜੀ, ਇਹਨਾਂ ਨੇ ਇੱਕ ਵੱਡਾ ਸਟੈਪ ਚੁੱਕਿਆ। ਇਹਨਾਂ ਨੇ ਜਦੋਂ ਇਹਨਾਂ ਦੀ ਸਿਕਿਉਰਿਟੀ 'ਚ ਕੱਟ ਲੱਗਿਆ ਤਾਂ ਜਿਹੜੀ ਬਾਕੀ ਸੀ ਬਕਾਇਆ ਸਿਕਿਉਰਿਟੀ ਸੀ ਉਹ ਵੀ ਵਾਪਸ ਕਰ ਦਿੱਤੀ। ਇਹਨਾਂ ਨੇ ਕਿਹਾ ਕਿ ਆਪਣੀ ਇਹ ਵੀ ਸਿਕਿਉਰਿਟੀ ਚੁੱਕੋ, ਸਿੱਖ ਕੌਮ ਦੇ ਨੌਜਵਾਨ ਆਪੇ ਰਾਖੀ ਕਰ ਲੈਣਗੇ, ਆਪੇ ਹਿਫਾਜ਼ਤ ਕਰ ਲੈਣਗੇ, ਤੁਸੀਂ ਜਾਓ। ਇਹ ਇੱਕ ਬੜਾ ਵੱਡਾ ਸਵਾਲ ਪੈਦਾ ਹੋ ਗਿਆ। ਅੱਛਾ, ਕਮਾਲ ਦੀ ਗੱਲ ਇਹ ਹੋਈ ਕਿ ਦੁਪਹਿਰ ਪੈਂਦਿਆਂ ਇਹਨਾਂ ਨੇ ਯੂ ਟਰਨ ਮਾਰ ਲਿਆ, ਜਥੇਦਾਰ ਜੀ ਦੀ ਸਿਕਿਉਰਿਟੀ ਬਹਾਲ ਕਰ ਦਿੱਤੀ। ਪਰ ਉਦੋਂ ਤੱਕ SGPC ਦੇ ਆਪਣੇ ਜਿਹੜੇ ਕਰਮਚਾਰੀ ਸੀ ਉਹਨਾਂ ਨੇ ਸਿਕਿਉਰਿਟੀ ਦਾ ਜ਼ਿੰਮਾ ਸਾਂਭ ਲਿਆ। ਉਹ ਕਹਿੰਦੇ ਕਿ ਨਹੀਂ, ਹੁਣ ਤੁਹਾਡੀ ਇਹ ਸਿਕਿਉਰਿਟੀ ਨਹੀਂ ਚਾਹੀਦੀ। ਉਧਰ ਤਖਤ ਸ੍ਰੀ ਕੇਸਗੜ੍ਹ ਦੇ ਜਿਹੜੇ ਜਥੇਦਾਰ ਜੀ ਆ ਉਹਨਾਂ ਨੇ ਵੀ ਸਿਕਿਉਰਿਟੀ ਜਿਹੜੀ ਆਪਣੀ ਮੋੜ ਦਿੱਤੀ। ਇਸ ਤੋਂ ਇਲਾਵਾ ਫਤਿਹ ਜੰਗ ਸਿੰਘ ਬਾਜਵਾ ਭਾਜਪਾ ਦੇ ਵਿੱਚ ਨੇ ਅੱਜ ਕੱਲ੍ਹ, ਪ੍ਰਤਾਪ ਸਿੰਘ ਬਾਜਵਾ ਦੇ ਭਰਾਤਾ, ਉਹਨਾਂ ਨੇ ਕਿਹਾ ਕਿ ਮੈਂ ਹਾਈ ਕੋਰਟ ਜਾਵਾਂਗਾ ਜੇ ਸ਼ਾਮ ਤੱਕ ਤੁਸੀਂ ਮੇਰੀ ਸਿਕਿਉਰਿਟੀ ਨਾ ਬਹਾਲ ਕੀਤੀ। ਤੇ ਕਮਾਲ ਦੀ ਗੱਲ ਇਹ ਆ ਕਿ ਉੱਥੇ ਵੀ ਯੂ ਟਰਨ ਵੱਜ ਗਿਆ, ਸਿਕਿਉਰਿਟੀ ਉਹਦੀ ਵੀ ਬਹਾਲ ਹੋ ਗਈ। ਸੋ ਯੂ ਟਰਨ ਵੀ ਵੱਜਦੇ ਰਹੇ ਤੇ ਜਿਹੜੇ ਲੋਕ ਕਹਿ ਰਹੇ ਸਨ ਕਿ ਦੇਖੋ ਜੀ ਸਿਕਿਉਰਿਟੀ ਪੁੱਠੀ ਲਾ ਲਈ ਜੀ, ਬਹੁਤ ਬੋਲਡ ਕਦਮ ਹੈ ਜੀ, ਫਲਾਂ ਟਮਕਾਂ, ਤਾਂ ਉਹਨਾਂ ਬੰਦਿਆਂ ਨੂੰ ਫਿਰ ਮੁੜ ਕੇ ਗੱਲ ਆਉਣੀ ਜਿਹੜੀ ਔਖੀ ਹੋ ਜਾਂਦੀ। ਸੋ ਸਿਕਿਉਰਿਟੀ ਦਾ ਵੀ ਅੱਜ ਮੁੱਦਾ ਜਿਹੜਾ ਭਖਿਆ ਰਿਹਾ। ਤੀਸਰੀ ਵੱਡੀ ਜਿਹੜੀ ਖਬਰ ਆਪਾਂ ਲਈਏ ਤਾਂ ਉਹ ਇਹ ਹੈ ਕਿ ਅੱਜ SKM ਦੀ ਇੱਕ ਮੀਟਿੰਗ ਸੀਗੀ ਲੁਧਿਆਣੇ ਦੇ ਵਿੱਚ। ਉੱਥੇ ਜਗਜੀਤ ਸਿੰਘ ਡੱਲੇਵਾਲ ਬੋਲੇ ਆ। ਜਗਜੀਤ ਸਿੰਘ ਡੱਲੇਵਾਲ ਹੋਰਾਂ ਨੇ ਇੱਕ ਪ੍ਰਸ਼ਨ ਦੇ ਜਵਾਬ ਦੇ ਵਿੱਚ ਜੋ ਗੱਲ ਕਹੀ ਹੈ ਉਹ ਦੱਸਦੀ ਹੈ ਕਿ ਆਉਣ ਵਾਲੇ ਦਿਨਾਂ 'ਚ ਸੁੱਖ ਨਹੀਂ ਹੈ। ਉਹ ਕਹਿੰਦੇ ਆ ਕਿ ਜਿਹੜਾ ਪੈਸਾ ਦਿੱਲੀ 'ਚ ਇਕੱਤਰ ਹੋਇਆ ਸੀ ਖਾਸ ਤੌਰ ਤੇ ਸਿੰਘੂ ਮੋਰਚੇ ਵਾਲੀ ਸਟੇਜ ਤੋਂ, ਤਾਂ ਉਹਦਾ ਜਿਹੜਾ ਬਾਕੀ ਬਚਿਆ ਹੋਇਆ ਪੈਸਾ ਯਾਨੀ ਜਿਹੜੀ ਅਣਖਰਚੀ ਰਕਮ ਆ ਉਹ SSM ਕੋਲ ਹੈ। ਮਤਲਬ ਕਿ ਜਿਨ੍ਹਾਂ ਨੇ ਸੰਯੁਕਤ ਸਮਾਜ ਮੋਰਚਾ ਜਿਨ੍ਹਾਂ ਨੇ ਇਲੈਕਸ਼ਨ ਲੜਿਆ ਸੀਗਾ, ਹਾਲਾਂਕਿ ਉਹਨਾਂ ਨੇ ਇਹ ਗੱਲ ਜਿਹੜੀ ਆ ਨਹੀਂ ਕਹੀ ਕਿ ਉਹ ਨਹੀਂ ਕਹਿ ਸਕਦੇ ਕਿ ਭਾਈ ਇਹ ਪੈਸਾ ਜਿਹੜਾ ਉਹ ਇਲੈਕਸ਼ਨ 'ਚ ਖਰਚ ਹੋ ਗਿਆ ਜਾਂ ਵਗੈਰਾ ਵਗੈਰਾ, ਕੋਈ ਦੋਸ਼ ਨਹੀਂ ਲਾਇਆ ਜਾ ਸਕਦਾ। ਪਰ ਬਕਾਇਆ ਰਾਸ਼ੀ ਉਹਨਾਂ ਦੇ ਕੋਲ ਆ, ਉਹਨਾਂ ਨੂੰ ਦੇਣੀ ਚਾਹੀਦੀ ਔਰ ਦੇਣੀ ਵੀ ਪਏਗੀ। ਤਾਂ ਇਸ 'ਤੇ ਇੱਕ ਹੋਰ ਆਗੂ ਬੋਲ ਰਹੇ ਸਨ ਫੂਲ ਸਾਹਿਬ ਕਿ ਭਾਈ ਦੇਖੋ ਪੂਰਾ 5 ਕਰੋੜ ਰੁਪਈਆ ਇਕੱਤਰ ਹੋਇਆ ਸੀ, ਜਿਹੜਾ ਇਹਨਾਂ ਨੇ ਆਪ ਹੀ ਸਟੇਟਮੈਂਟ ਦਿੱਤੀ ਆ, ਤੇ ਉਹਦੇ ਵਿੱਚੋਂ ਤਕਰੀਬਨ 1.5 ਕਰੋੜ ਰੁਪਈਆ ਜਿਹੜਾ ਉਹ ਹਾਲੇ ਪਿਆ ਹੈ। ਸੋ ਇਸ ਕਰਕੇ ਹੁਣ ਇੱਧਰੋਂ ਵੀ ਉਮੀਦ ਆ ਕਿ ਆਉਣ ਵਾਲੇ ਦਿਨਾਂ 'ਚ ਖੜਕਾ ਦੜਕਾ ਜਿਹੜਾ ਉਹ ਖਾਸਾ ਹੋਏਗਾ ਹਿਸਾਬ ਕਿਤਾਬ ਨੂੰ ਲੈ ਕੇ। ਵੈਸੇ ਇਸ ਸਾਲ ਦੇ ਸ਼ੁਰੂਆਤ ਦੇ ਵਿੱਚ ਵੀ ਇਹ ਮੁੱਦਾ ਉੱਠਿਆ ਸੀਗਾ ਤੇ ਇਹਨਾਂ ਨੇ ਸ਼ਾਇਦ 8 ਜਨਵਰੀ ਤਰੀਕ ਮੁਕਰਰ ਕੀਤੀ ਸੀਗੀ ਕਿ ਸਾਰਾ ਖਰਚਾ ਜਿਹੜਾ ਉਹ ਬਾਅਦ ਤਫਸੀਲ ਦੱਸ ਦਿਆਂਗੇ। ਪਰ ਉਸ ਤੋਂ ਬਾਅਦ ਤੁਹਾਨੂੰ ਪਤਾ ਹੀ ਹੈ ਕਿ ਫਿਰ ਇਸ ਪਾਸੇ ਕਿਸੇ ਦੀ ਤਵੱਜੋ ਨਹੀਂ ਗਈ, ਇਲੈਕਸ਼ਨ ਨੇੜੇ ਆਉਂਦਾ ਗਿਆ। ਤਾਂ ਖੈਰ ਅੱਜ ਕੁਛ ਲੰਮਾ ਹੋ ਗਿਆ ਇਹ ਅਪਡੇਟ ਹੋਈਆਂ ਖਬਰਾਂ ਦਾ ਸਿਲਸਿਲਾ, ਇਹ ਜਿਹੜੀਆਂ ਅਹਿਮ ਖਬਰਾਂ ਦਾ ਸਿਲਸਿਲਾ। ਸੋ ਤੁਸੀਂ ਹੁਣ ਅਗਲੀ ਗੱਲ ਕਰ ਸਕਦੇ ਹੋ ਜੀ। ਅਗਲੀ ਗੱਲਬਾਤ ਦੇ ਵੱਲ ਵਧੀਏ। ਕੱਲ ਸਰਕਾਰੀ ਬੱਸਾਂ ਦੀ ਗੱਲ ਚੱਲੀ ਸੀ, ਕਹਿੰਦੇ ਘਬਰਾਓ ਨਾ, ਸਰਕਾਰੀ ਵੋਲਵੋ ਟਰਮੀਨਲ ਤੱਕ ਵੀ ਜਾਣਗੀਆਂ। ਬਿਲਕੁਲ ਜੀ, ਐ ਸਿਰੇ ਤੱਕ ਤੁਹਾਨੂੰ ਛੱਡ ਕੇ ਆਇਆ ਕਰਨਗੀਆਂ, ਨਾਰਾਜ਼ ਨਹੀਂ ਕਰਨਾ ਤੁਹਾਨੂੰ। ਸਾਰਾ ਕੁਝ ਐ ਤੁਹਾਡੇ ਮੁਤਾਬਕ ਹੀ ਹੋਣਾ ਚਾਹੀਦਾ। ਤੁਸੀਂ ਜਿੱਦਾਂ ਕਹੋ ਅਸੀਂ ਕਰ ਲੈਣਾ, ਕਹਿਣਾ ਸੀਗਾ ਨਾ, ਬਸ ਉਹੀ ਹੈ ਕਿ ਦੇਖੋ ਕੱਲ ਇਹ ਗੱਲ ਚੱਲੀ ਸੀਗੀ, ਸਰਦਾਰ ਸਾਹਿਬ ਨੇ ਕਿਹਾ ਕਿ ਬਈ ਇਹ ਤੇ ਬੜੀ ਮੁਸ਼ਕਲ ਹੋ ਜਾਏਗੀ ਕਿ ਉੱਥੋਂ ਉਤਰ ਕੇ 3 ਕਿਲੋਮੀਟਰ ਉਰੇ ਤੋਂ ਜਾਣਾ ਹੋਏਗਾ, ਟਾਈਮ ਵੇਸਟਿੰਗ, ਫਿਰ ਤੁਹਾਨੂੰ ਪਤਾ ਹੀ ਹੈ ਕਿ ਕਈ ਵਾਰ ਫੀਸ ਵਗੈਰਾ ਜਿਹੜੀ ਆ ਜਾਂ ਕਹ ਲਓ ਚਾਰਜਸ ਵਗੈਰਾ ਐਕਸਟਰਾ ਵੀ ਲੱਗ ਜਾਂਦੇ ਨੇ। ਤਾਂ ਇਹਨਾਂ ਸਾਰੀਆਂ ਚੀਜ਼ਾਂ ਦਾ ਹੱਲ ਕਹਿੰਦੇ ਕਿ ਕਰ ਲਿਆ ਜਾ ਰਿਹਾ ਹੈ। ਹਾਲਾਂਕਿ ਕਰ ਲਿਆ ਗਿਆ ਨਹੀਂ ਹੈ, ਕਰ ਲਿਆ ਜਾ ਰਿਹਾ ਹੈ। ਮਤਲਬ ਕਿ ਜਿਵੇਂ ਮੈਂ ਕਿਹਾ ਸੀਗਾ ਕਿ 에ਅਰਪੋਰਟ ਅਥਾਰਟੀ ਤੇ ਪੰਜਾਬ ਸਰਕਾਰ ਦਾ ਮਸਲਾ, ਦਿੱਲੀ ਸਰਕਾਰ ਇਹਦੇ ਵਿੱਚ ਕੋਈ ਖਾਸ ਰੋਲ 'ਚ ਹੈ ਨਹੀਂ। ਤਾਂ ਉਹਨਾਂ ਦਾ ਮੈਂ ਇੱਕ ਥਾਂ ਤੇ ਪੜ੍ਹਿਆ ਸੀਗਾ ਕਿ ਜੋ ਐਗਰੀਮੈਂਟ ਸੀਗਾ ਉਸ ਸਮੇਂ ਤੇ ਉਹ ਨਵਿਆਇਆ ਨਹੀਂ ਸੀ ਗਿਆ, ਜਿਸ ਤੋਂ ਬਾਅਦ ਵੋਲਵੋ ਬੱਸਾਂ 에ਅਰਪੋਰਟ ਤੱਕ ਨਹੀਂ ਸੀ ਜਾ ਰਹੀਆਂ। ਤਾਂ ਉਹਦੇ 'ਚ ਹੁਣ ਕੋਈ ਛੋਟੀ ਮੋਟੀ ਕੋਈ ਮੰਨ ਲਓ ਕਿ ਜਿਹੜੀ ਆਪਰੇਸ਼ਨ ਹੋਣੀ ਹੋਈ ਉਹ ਕਰ ਲੈਣਗੇ, ਕਿਉਂਕਿ ਇਹਨਾਂ ਨੇ ਕਿਹਾ ਹੈ ਕਿ ਦੇਖੋ ਠੀਕ ਆ ਕਿ ਥੋੜਾ ਜਿਹਾ ਇੱਕ ਨਿਸ਼ਚਿਤ ਫੀਸ ਦਾ ਭੁਗਤਾਨ ਕਰਨਾ ਪਏਗਾ ਟਰਮੀਨਲ ਤੱਕ ਜਾਣ ਵਾਸਤੇ ਯਾਤਰੂਆਂ ਨੂੰ, ਪਰੰਤੂ ਗੱਡੀ ਜਿਹੜੀ ਆ ਉਹ ਬਿਲਕੁਲ ਟਰਮੀਨਲ ਤੇ ਜਾ ਕੇ ਲੱਗ ਜਾਏਗੀ। ਮਤਲਬ ਇਹ 에ਅਰਪੋਰਟ ਤੱਕ ਚਲੇ ਜਾਏਗੀ ਵੋਲਵੋ ਬੱਸ। ਔਰ ਇਹ ਚਲਾ ਵੀ ਐਤਕੀ ਤਕਰੀਬਨ ਕਹ ਲਓ ਕਿ 2.5 ਦਰਜਨ ਰਹੇ ਨੇ, ਹਿਸਾਬ ਲਾ ਲਓ 2.5 ਦਰਜਨ, 30 ਦੇ ਕਰੀਬ ਬੱਸਾਂ ਜਾਣਗੀਆਂ। ਪੂਰੀ ਹੋਏਗੀ ਦਿੱਲੀ ਵਾਲੀਆਂ ਸੜਕਾਂ ਤੇ।
ਸਰਕਾਰੀ ਵਾਲਵੋ ਕੋਈ ਇਧਰੋਂ ਜਾ ਰਹੀ ਹੈ, ਕੋਈ ਉਧਰੋਂ ਜਾ ਰਹੀ, ਕੋਈ ਕਿਤੋਂ ਜਾ ਰਹੀ ਹੈ, ਕੋਈ ਕਿਤੋਂ ਜਾ ਰਹੀ ਹੈ, ਕਿਉਂਕਿ ਵੱਖ-ਵੱਖ ਸ਼ਹਿਰਾਂ ਚੋਂ ਇਹ ਤੁਰਨਗੀਆਂ। ਇਹਦੇ ਵਿੱਚ ਹੁਣ ਜਿਹੜੀ ਸਭ ਤੋਂ ਵੱਡੀ ਅੜੰਗੇਬਾਜ਼ੀ ਸੀ ਉਹਨੂੰ ਦੂਰ ਕਰਨ ਦਾ ਯਤਨ ਕੀਤਾ ਜਾ ਰਿਹਾ ਕਿ ਬਾਈ ਜਿਵੇਂ ਆਪਾਂ ਅੱਗੇ ਗੱਲ ਕੀਤੀ ਸੀ ਕਿ ਸ਼ਾਇਦ 3 ਕਿਲੋਮੀਟਰ ਉਰੇ ਤੋਂ ਉਤਾਰ ਕੇ ਤੇ ਉੱਥੇ ਫਿਰ ਇੱਕ ਬਦਲਵਾਂ ਕੋਈ ਸਵਾਰੀ ਦਾ ਇੰਤਜ਼ਾਮ ਕੀਤਾ ਜਾਵੇ। ਐਸਾ ਨਹੀਂ, ਉਹ ਕਹਿੰਦੇ ਕਿ ਵੋਲਵੋ ਹੀ ਅੰਦਰ ਜਾਏਗੀ, ਪਰ ਥੋੜੀ ਜੀ ਮਤਲਬ ਕਿ ਚਾਰजेस ਜਿਹੜੇ ਐਕਸਟਰਾ ਲੱਗਣਗੇ, ਜ਼ਿਆਦਾ ਨਹੀਂ। तो ਇਹਦੇ ਚ ਹੁਣ ਉਹ ਗੱਲਬਾਤ ਕਰ ਰਹੇ ਨੇ, ਕਹਿੰਦੇ ਕਿ ਇੱਕ ਵੀਕ ਦੇ ਵਿੱਚ ਇੱਕ ਹਫ਼ਤੇ ਦੇ ਵਿੱਚ ਸਾਰਾ ਹੀ ਮਸਲਾ ਹੱਲ ਕਰ ਲੈਣਾ। ਕੱਲੇ ਮਸਲੇ ਦਾ ਹੱਲ ਕਰਾਂਗੇ, ਹਾਈਵੇ ਅਥਾਰਟੀ ਦੇ ਨਾਲ ਆਪਾਂ ਗੱਲ ਕਰਾਂਗੇ। ਉਹ ਗੱਲ ਕਰ ਰਹੇ ਨੇ, ਕਹਿੰਦੇ ਕਿ ਸਾਰਾ ਹੀ ਰੋਡ ਮੈਪ ਜਿਹੜਾ ਵਾ ਉਹ ਇੱਕ ਹਫ਼ਤੇ ਤੱਕ ਸਾਰਾ ਖੁੱਲ ਜਾਏਗਾ। ਉਹਨੂੰ ਅਮਲ ਚ ਲਿਆਉਣ ਤੇ ਮੇਰੇ ਖਿਆਲ ਦੇ ਨਾਲ ਕੋਈ ਜ਼ਿਆਦਾ ਸਮਾਂ ਨਹੀਂ ਲੱਗੇਗਾ ਤੇ ਮੈਨੂੰ ਲੱਗਦਾ ਕਿ ਜੂਨ ਦੇ ਵਿੱਚ, ਜਿਹੜਾ ਜੂਨ ਮਹੀਨਾ ਹੈ ਤਪਦਾ ਬਹੁਤ ਹੈ, ਤੁਹਾਨੂੰ ਪਤਾ ਹੈ, ਵੈਸੇ ਗਰਮੀ ਬਹੁਤ ਹੈ ਜੂਨ ਦੀ, ਤਾਂ ਇਹਦੇ ਵਿੱਚ ਕੀ ਹੈ ਕਿ ਸਰਕਾਰੀ ਬੱਸਾਂ ਦਾ ਏਸੀ ਵਾਲਾ ਜਿਹੜਾ ਸਫ਼ਰ ਆ ਉਹ ਸ਼ਾਇਦ ਕਰਨ ਨੂੰ ਮਿਲ ਜਾਏਗਾ। ਸੋ ਉਲਾਂਭੇ ਲਾਉਣ ਜਾ ਰਹੀ ਹੈ ਸਰਕਾਰ, ਪਰ ਇੱਕ ਬਹੁਤ ਵੱਡਾ ਲਾਸ ਹੋਇਆ। ਤੁਸੀਂ ਅੰਦਾਜ਼ਾ ਲਾ ਲਓ ਕਿ 4 ਸਾਲ ਇਹ ਵੋਲਵੋ ਖੜੀਆਂ ਰਹੀਆਂ ਜੀ। ਜੇ ਆਪਾਂ 1 ਕਰੋੜ ਵੀ ਮਹੀਨੇ ਦੀ ਕਮਾਈ ਲਾ ਲਈਏ, ਜਾਂ ਲਾ ਲਓ ਕਿ ਮੈਨੂੰ ਹੁਣ ਐਗਜ਼ੈਕਟ ਫਿਗਰ ਨਹੀਂ, ਮੈਂ ਲੱਭ ਵੀ ਲਊਂਗਾ, ਪਰ ਜੇ ਆਪਾਂ ਐਵਰੇਜ ਹੀ ਲਾ ਲਓ ਕਿ 28-30 ਬੱਸਾਂ, 25-30 ਬੱਸਾਂ, ਜੇ ਉਹ ਮਹੀਨੇ ਦੀ ਇੰਨੀ ਵੀ ਕਮਾਈ ਕਰਦੀਆਂ ਹੋਣ ਤਾਂ ਤੁਸੀਂ ਦੇਖ ਲਓ ਵੀ ਕਿੱਥੇ ਚਲੇ ਗਏ। ਜੇ ਅੱਧੀ ਵੀ ਕਰਦੀਆਂ ਹੋਣ ਇਹ ਤੋਂ, ਕਿਉਂਕਿ ਆਪਣੇ ਕੋਲ ਐਗਜ਼ੈਕਟ ਅੰਕੜਾ ਨਹੀਂ, ਤਾਂ ਕੁਝ ਲੱਖਾਂ ਦੀ ਕਮਾਈ ਵੀ ਜਿਹੜੀ ਮਹੀਨੇ ਦੀ ਉਹ ਕਿੱਥੋਂ ਕਰੋੜਾਂ 'ਚ ਚਲੇ ਜਾਂਦੀ। ਸੋ ਲਾਸ ਜਿਹੜਾ ਬਹੁਤ ਵੱਡਾ ਹੋਇਆ ਵੋਲਵੋ। ਜੀ ਬਿਲਕੁਲ। ਮਿੰਟੂ ਜੀ, ਅਗਲੀ ਗੱਲ ਕਰੀਏ, ਹੋਇਆ ਉਹੀ ਅਕਾਲੀ ਦਲ ਦੀ ਰਿਪੋਰਟ ਬਾਰੇ ਖਬਰਾਂ ਲੱਗ ਗਈਆਂ ਕੁਛ ਮਹੀਨੇ ਪਹਿਲਾਂ, ਤਾਂ ਸਿੱਧੂ ਦੇ ਸੰਨਿਆਸ ਦੀਆਂ ਗੱਲਾਂ ਸੀ, ਇੱਧਰ ਪ੍ਰਧਾਨ ਜੀ ਸੰਨਿਆਸ ਵੱਲ ਨੂੰ ਹੋ ਗਏ। ਬਿਲਕੁਲ ਸਾਡਾ ਕੰਮ ਹੀ ਇਹ ਹੁੰਦਾ ਕਿ ਅਸੀਂ ਪੰਜਾਬੀ ਰੇਡੀਓ ਯੂਐਸ ਦੇ ਜਿਹੜੇ ਸਰੋਤੇ ਆ ਉਹਨਾਂ ਨੂੰ ਅੱਗੇ ਰੱਖਦੇ ਹਾਂ ਥੋੜਾ ਜਿਹਾ, ਕਿਉਂਕਿ ਇਹ ਖਬਰਾਂ ਅੱਜ ਲੱਗੀਆਂ ਨੇ ਅਖਬਾਰਾਂ 'ਚ। ਅਸੀਂ ਕੱਲ ਹੀ ਇਸ ਗੱਲ ਦਾ ਖੁਲਾਸਾ ਜਾਂ ਕਹਿ ਲਓ ਕਿ ਥੋੜਾ ਬਹੁਤਾ ਸੰਕੇਤ ਕਰ ਦਿੱਤਾ ਸੀਗਾ ਕਿ ਬਈ ਜਿਹੜੀ ਰਿਪੋਰਟ ਬਣ ਰਹੀ ਆ ਉਹਦੇ ਵਿੱਚ ਥੋੜਾ ਜਿਹਾ ਉਤਲ-ਪੁਤਲ ਵਾਲਾ ਮਾਹੌਲ ਹੈ। ਸੋ ਅੱਜ ਇਹ ਖਬਰਾਂ ਲੱਗੀਆਂ, ਇਹ ਖਬਰਾਂ ਦੱਸਦੀਆਂ ਨੇ, ਹਾਲਾਂਕਿ ਮੀਡੀਆ ਦੇ ਹਿੱਸੇ 'ਚ ਲੱਗੀਆਂ, ਕਿਉਂਕਿ ਇਸ ਤਰ੍ਹਾਂ ਦੀ ਰਿਪੋਰਟਿੰਗ ਹਰੇਕ ਦੇ ਕਹਿ ਲਓ ਕਿ ਬਸ ਦੀ ਗੱਲ ਨਹੀਂ ਹੁੰਦੀ, ਕਿਉਂਕਿ ਸੋਰਸਸ ਦੇ ਜ਼ਰੀਏ ਤੁਹਾਨੂੰ ਉਹ ਚੀਜ਼ਾਂ ਜਿਹੜੀਆਂ ਮਿਲਦੀਆਂ ਨੇ, ਪ੍ਰਾਪਤ ਹੁੰਦੀਆਂ ਨੇ, ਫਿਰ ਹਾਸਲ ਕਰਦੇ ਹੋ ਤੁਸੀਂ, ਫਿਰ ਉਹਦਾ ਰਿਵਿਊ ਕਰਦੇ ਹੋ, ਨਜ਼ਰਸਾਨੀ ਕਰਦੇ ਹੋ, ਤੇ ਉਸ ਤੋਂ ਬਾਅਦ ਫਿਰ ਆਪਦਾ ਰਿਪੋਰਟ ਵਾਲਾ ਕੰਮ ਕਰਦੇ ਹੋ। ਤਾਂ 42 ਪੰਨਿਆਂ ਦੀ ਇਹ ਰਿਪੋਰਟ ਆ, 42 ਪੰਨਿਆਂ ਦੀ ਜੀ। ਕਹਿੰਦੇ ਆ ਕਿ 105 ਵਿਧਾਨ ਸਭਾ ਹਲਕਿਆਂ 'ਚ ਗਏ ਨੇ ਇਹ ਕਮੇਟੀ ਵਾਲੇ। ਕਹਿੰਦੇ ਪ੍ਰਧਾਨ ਜੀ ਇੱਥੇ ਬਾਦਲ ਬੈਠ ਕੇ ਕੰਮ ਨਹੀਂ ਸਰਨਾ, ਆਪਾਂ ਇੱਥੇ ਬੈਠ ਕੇ ਰਿਪੋਰਟਾਂ ਤਿਆਰ ਕਰਦੇ ਰਹੀਏ, ਗੱਲ ਨਹੀਂ ਜੇ ਬੰਨੀ, ਆਪਾਂ ਨੂੰ ਜਾਣਾ ਪਊਗਾ ਕਿੱਥੇ? ਕਹਿੰਦੇ ਜਾਣਾ ਪਊਗਾ ਅਕਾਲੀਆਂ ਦੇ ਘਰਾਂ ਤੀਕ, ਫੇਰ ਪਤਾ ਲੱਗੂ ਉਹਨਾਂ ਦੀ ਨਬਜ਼ ਟਟੋਲ ਕੇ ਕਿ ਰੋਗ ਕਿੱਥੇ ਆ, ਮਰਜ਼ ਕੀ ਏ, ਤੇ ਤਬੀਬ ਕੌਣ ਬਣੇਗਾ, ਦਵਾ ਕਿਹੜੀ ਲਈਏ। ਸੋ ਇਹ 105 ਵਿਧਾਨ ਸਭਾ ਹਲਕਿਆਂ ਦਾ ਦੌਰਾ ਕਰਨ ਉਪਰੰਤ ਰਿਪੋਰਟ ਤਿਆਰ ਆ। ਹਾਲਾਂਕਿ ਕੱਲ ਕੋਰ ਕਮੇਟੀ ਦੀ ਬੈਠਕ ਹੋਈ ਹੈ ਜਿਹਦਾ ਜ਼ਿਕਰ ਆਪਾਂ ਪਿਛਲੇ ਪ੍ਰੋਗਰਾਮ 'ਚ ਕੀਤਾ ਸੀਗਾ, ਪਰ ਉਹਦੇ ਤੇ ਕਿਉਂਕਿ ਟਾਈਮ ਦੀ ਸ਼ਾਇਦ ਕਮੀ ਹੋ ਸਕਦੀ ਹੈ, ਜਾਂ ਕਹਿੰਦੇ ਹੋਣਗੇ ਕਿ ਹੰਗਾਮਾ ਬਰਪਾ ਤੇ ਫਿਰ ਕੀ ਹੋਏਗਾ, ਉਹਦੇ ਤੋਂ ਬਚਣ ਵਾਸਤੇ ਚਰਚਾ ਨਹੀਂ ਹੋਈ। ਪਰ ਇਸ ਗੱਲ ਦਾ ਅੱਜ ਮੀਡੀਆ ਦੇ ਇੱਕ ਹਿੱਸੇ ਨੇ ਵੀ ਖੁਲਾਸਾ ਕਰ ਦਿੱਤਾ ਹੈ ਕਿ ਰਿਪੋਰਟ ਜਿਹੜੀ ਹੈ ਬਈ ਉਹ ਏਦਾਂ ਦੀ ਹੈ ਕਿ ਜਿਵੇਂ ਬਾਦਲ ਪਰਿਵਾਰ ਵਾਸਤੇ ਹੋਵੇ ਕਿ ਮੈਨੂੰ ਸੁੱਖ ਨਹੀਂ ਜਾ, ਮਤਲਬ ਉਹਦੇ ਅੰਸ਼ ਕੁਝ ਜਿਹੜੇ ਅੱਜ ਛਪ ਗਏ ਅਖਬਾਰਾਂ ਦੇ ਵਿੱਚ, ਉਹ ਇਹ ਆ ਕਿ ਇੱਕ ਤਾਂ ਇੱਕ ਪਰਿਵਾਰ ਨੂੰ ਇੱਕ ਟਿਕਟ ਦੇਣ ਦੀ ਵਕਾਲਤ ਕੀਤੀ ਗਈ ਹੈ ਜੀ, ਕਿ ਭਾਈ ਇੱਕ ਟੱਬਰ ਇੱਕ ਟਿਕਟ, ਏਦੋਂ ਗਾਂ ਨਹੀਂ। ਤਾਂ ਇਹਦਾ ਮਤਲਬ ਸਿੱਧਾ ਹੀ ਆ ਕਿ ਸੰਕੇਤ ਕਿੱਧਰ ਨੂੰ ਹੈ ਕਮੇਟੀ ਦੇ ਮੈਂਬਰ ਦੇ ਰਹੇ ਆ ਕਿ ਭਾਈ ਜੋ ਤੁਸੀਂ ਟੱਬਰਵਾਦ ਫੈਲਾਇਆ ਕਿ ਮੰਤਰੀ ਮੰਡਲ ਦੇ ਵਿੱਚ ਵੀ ਰਿਸ਼ਤੇਦਾਰੀਆਂ, ਟਿਕਟਾਂ ਦੇ ਵਿੱਚ ਵੀ ਰਿਸ਼ਤੇਦਾਰੀਆਂ, ਸਾਰੇ ਪਾਸੇ ਅਫਸਰਸ਼ਾਹੀ ਦੇ ਵਿੱਚ ਵੀ ਰਿਸ਼ਤੇਦਾਰੀਆਂ, ਇਹ ਰਿਸ਼ਤੇਦਾਰੀਆਂ ਜਿਹੜੀਆਂ ਨੇ ਅਕਾਲੀ ਦਲ ਨੂੰ ਭਾਰੀਆਂ ਪਈਆਂ ਨੇ। ਸੋ ਇਸ ਕਰਕੇ ਇੱਧਰ ਵੀ ਕਹਿ ਲਓ ਕਿ ਉਹਨਾਂ ਨੇ ਸੁਝਾਅ ਦਿੱਤੇ ਨੇ, ਸਿਫਾਰਿਸ਼ ਕੀਤੀ ਹੈ। ਇਸ ਤੋਂ ਇਲਾਵਾ ਜੋ ਇਹਨਾਂ ਨੇ 105 ਵਿਧਾਨ ਸਭਾ ਹਲਕਿਆਂ 'ਚ ਅਕਾਲੀ ਵਰਕਰਾਂ ਦੀ, ਜਿਹੜੇ ਕਿ ਬੈਕਬੋਨ ਹੁੰਦੇ ਨੇ ਕਿਸੇ ਵੀ ਪਾਰਟੀ ਦੇ, ਵਰਕਰਸ ਜਿਹੜੇ ਹੇਠਲੇ ਪੱਧਰ ਦੇ, ਤਾਂ ਜਿਹੜੀ ਜਾ ਕੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਹੈ ਤੇ ਉਹਦੇ ਆਧਾਰ ਤੇ ਜੋ ਇਹਨਾਂ ਨੇ ਹਾਰ ਦੇ ਕਾਰਨ ਗਿਣੇ ਨੇ ਉਹ ਇੰਟਰਸਟਿੰਗ ਨੇ। ਉਹ ਕਹਿੰਦੇ ਕਿ ਕਾਮਨ ਹੀ ਨੇ ਵੈਸੇ, ਕਿਉਂਕਿ ਜੇ ਜ਼ਰਾ ਜੀ ਗੱਲ ਹੈ ਕਿ ਵੱਡੇ ਹਾਰ ਦੇ ਕਾਰਨ ਆ,
ਤਾਂ ਕਿਸੇ ਵੀ ਵਰਕਰ ਨੂੰ ਦਿਖ ਰਿਹਾ ਤਾਂ ਉਹ ਅੰਮ੍ਰਿਤਸਰ ਵਾਲੇ ਨੂੰ ਵੀ ਉਹੀ ਦਿਖਾਈ ਦੇਣਗੇ ਤੇ ਮੁਕਤਸਰ ਵਾਲੇ ਨੂੰ ਵੀ ਉਹੀ ਦਿਖਾਈ ਦੇਣਗੇ। ਇਹ ਜਿਹੜੇ ਕਾਰਨ ਨੇ ਮੁੱਖ ਤੌਰ ਤੇ ਕਿ ਡੇਰਾ ਪ੍ਰਮੁੱਖ ਨੂੰ ਜੋ ਮਾਫੀ ਦਿੱਤੀ ਗਈ, ਬੇਅਦਬੀ ਦਾ ਜਿਹੜਾ ਮਸਲਾ, ਜੀ ਸੈਣੀ ਦੀ ਜਿਹੜੀ ਨਿਯੁਕਤੀ, ਇਹ ਕੁਝ ਐਸੀਆਂ ਚੀਜ਼ਾਂ ਸੀ ਕਿ ਜਿਨ੍ਹਾਂ ਨੇ ਅਕਾਲੀ ਦਲ ਨੂੰ ਹਾਸ਼ੀਏ ਵੱਲ ਧੱਕਣਾ ਸਟਾਰਟ ਕਰ ਦਿੱਤਾ। ਮਤਲਬ ਕਿ ਜੀ ਜੋ ਸਿੱਖਾਂ ਦੇ ਮਨ 'ਚ ਕਾਂਗਰਸ ਪ੍ਰਤੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਘਿਰਣਾ ਸੀ, ਤਾਂ ਇਹ ਜਦੋਂ ਇਹਨਾਂ ਨੇ ਮਾਫੀ ਦਿੱਤੀ, ਦੇਖੋ ਮੇਰਾ ਨਹੀਂ ਕਹਿਣਾ, ਰਿਪੋਰਟ ਦੇ ਅੰਸ਼ ਜਿਹੜੇ ਅੱਜ ਮੀਡੀਆ ਦੇ ਕਿਸੇ ਹਿੱਸੇ 'ਚ ਪ੍ਰਕਾਸ਼ਿਤ ਹੋਏ ਨੇ, ਮੈਂ ਉਹਦੇ ਬਿਨਾਂ ਤੇ ਕਹਿ ਰਿਹਾ, ਉਹਦੇ ਬਿਹਾਵ ਤੇ ਕਹਿ ਰਿਹਾ। ਉਹ ਕਹਿੰਦੇ ਕਿ ਜਦੋਂ ਇਹਨਾਂ ਨੇ ਸਾਰਾ ਕੁਝ ਕਰ ਦਿੱਤਾ, ਸੈਣੀ ਵਰਗੇ ਨੂੰ ਨਿਯੁਕਤ ਕਰ ਦਿੱਤਾ, ਤਾਂ ਜਿਹੜੀ ਉਹ ਨਫ਼ਰਤ ਸੀ ਮਤਲਬ ਕਿ ਸਿੱਖਾਂ ਦੇ ਮਨ ਦੇ ਵਿੱਚ, ਤਾਂ ਉਹ ਕਿਤੇ ਨਾ ਕਿਤੇ ਕਾਂਗਰਸ ਵਾਸਤੇ ਫਾਇਦੇਮੰਦ ਸਾਬਤ ਹੋਈ। ਕਿਉਂਕਿ ਜਦੋਂ ਆਪਣੇ ਵੀ ਉਸ ਲੀਹ ਤੇ ਤੁਰ ਪੈਣ ਤਾਂ ਫਿਰ ਤੁਹਾਨੂੰ ਪਤਾ ਹੀ ਦਿਲ ਤੇ ਉਦਾਸ ਹੁੰਦਾ ਹੀ ਹੈ। ਸੋ ਇਹ ਸਾਰਾ ਕੁਝ ਜਿਹੜਾ ਹੈ ਇਹ ਤੇ ਹੈਗਾ ਇੱਕ ਪਾਸੇ। ਮੈਂ ਇੱਕ ਬਹੁਤ ਵੱਡੇ ਅਕਾਲੀ ਲੀਡਰ ਨਾਲ ਗੱਲ ਕੀਤੀ ਸੀ ਥੋੜਾ ਸਮਾਂ ਪਹਿਲਾਂ, ਜੀ ਮਾਫ ਕਰਨਾ ਮੈਂ ਨਾਂ ਰਿਵੀਲ ਨਹੀਂ ਕਰਾਂਗਾ, ਮੌਕੇ ਤੇ ਫਿਰ ਕਿਤੇ ਜਦੋਂ ਬਣਿਆ ਤੇ ਜ਼ਰੂਰ ਕਰਾਂਗਾ। ਮੈਂ ਉਹਨਾਂ ਨੂੰ ਇੰਟਰਵਿਊ ਵਾਸਤੇ ਪੇਸ਼ਕਸ਼ ਕੀਤੀ, ਮੈਂ ਕਿਹਾ ਸਰਦਾਰ ਜੀ ਮੇਰੇ ਨਾਲ ਗੱਲਬਾਤ ਕਰ ਲਓ, ਚੰਦ ਮਿੰਟ ਆਪਾਂ ਕਰੀਏ ਕਿਤੇ। ਤੇ ਉਹਨਾਂ ਨੇ ਕਿਹਾ, ਮੈਂ ਕਿਹਾ ਮਿੰਟੂ ਰੁਕ ਜਾ, ਬਹੁਤ ਤਗੜਾ ਧਮਾਕਾ ਹੋਏਗਾ, ਫਿਰ ਆਪਾਂ ਦੇਖਾਂਗੇ। ਬਹੁਤ ਸਾਡੇ ਲਈ ਉਹ ਬਹੁਤ ਅਹਿਮ ਪੜਾਅ ਆਉਣ ਵਾਲਾ। ਤਾਂ ਮੈਂ ਅੱਜ ਸਮਝਿਆ ਕਿ ਅਸਲ ਦੇ ਵਿੱਚ ਉਹ ਕਿਹਨੂੰ ਕਹਿ ਰਹੇ ਸੀ। ਉਹਨਾਂ ਨੇ ਕਿਹਾ ਸੀਗਾ ਕਿ ਇੱਕ ਬਹੁਤ ਵੱਡੀ ਘਟਨਾ ਵਾਪਰੇਗੀ ਆਉਣ ਵਾਲੇ ਸਮੇਂ 'ਚ ਜੋ ਸਾਡੇ ਪਾਰਟੀ ਦੇ ਭਵਿੱਖ ਨੂੰ ਤੈਅ ਕਰੇਗੀ। ਤਾਂ ਮੈਂ ਸਮਝਦਾ ਕਿ ਉਹਨਾਂ ਦਾ ਸੰਕੇਤ ਸ਼ਾਇਦ ਇਸ ਰਿਪੋਰਟ ਵੱਲ ਸੀ। ਇਹ ਕਿੰਨੇ ਕੁ ਚਿਰ ਪਹਿਲਾਂ ਦੀ, ਸੌਰੀ ਮਿੰਟੂ ਜੀ ਮੈਂ ਤੁਹਾਡੀ ਗੱਲ ਨੂੰ ਵਿੱਚੇ ਟੋਕ ਰਿਹਾ, ਮੈਂ ਥੋੜਾ ਜਿਹਾ ਇਸ ਦੇ ਵਿੱਚ ਪੁੱਛਣਾ ਚਾਹੁੰਦਾ, ਕਿੰਨੇ ਕੁ ਚਿਰ ਪਹਿਲਾਂ ਤੁਸੀਂ ਇਸ ਲੀਡਰ ਦੇ ਨਾਲ ਇਹ ਗੱਲ ਕੀਤੀ ਸੀਗੀ? ਥੋੜਾ ਸਮਾਂ ਪਹਿਲਾਂ, ਕੁਝ ਹਫ਼ਤੇ ਪਹਿਲਾਂ। ਸੋ ਗੱਲ ਇਹ ਆ ਕਿ ਮਤਲਬ ਕਿ ਲੀਡਰਾਂ ਨੂੰ ਵੀ ਲੱਗ ਰਿਹਾ ਸੀਗਾ ਕਿ ਜਿਹੜੀ ਕਮੇਟੀ ਬਣੀ ਆ ਉਹਦੇ ਵਿੱਚ ਕੁਝ ਨਾ ਕੁਝ ਚੀਜ਼ਾਂ ਹੋਣਗੀਆਂ, ਜਿਵੇਂ ਲੀਡਰਸ਼ਿਪ ਦੀ ਬਦਲਾਅ ਦਾ ਜ਼ਿਕਰ ਆ ਗਿਆ। ਫਿਰ ਇਸ ਤੋਂ ਇਲਾਵਾ ਹੁਣ ਕੱਲ ਜਿਹੜੀ ਇਹਨਾਂ ਦੀ ਮੀਟਿੰਗ ਹੋਈ ਉਹਦੇ ਵਿੱਚ ਤੇ ਇੱਥੋਂ ਤੱਕ ਕਿਹਾ ਗਿਆ ਕਿ ਬਲਵੰਤ ਸਿੰਘ ਰਾਜੋਆਣਾ ਦੇ ਜਿਹੜੇ ਭੈਣ ਜੀ ਨੇ, ਕਮਲਜੀਤ ਕੌਰ ਸ਼ਾਇਦ, ਕਿ ਉਹਨਾਂ ਨੂੰ ਸੰਗਰੂਰ ਤੋਂ ਉਤਾਰਿਆ ਜਾਵੇ ਅਤੇ ਸਿਮਰਨਜੀਤ ਸਿੰਘ ਮਾਨ ਨੂੰ ਮਨਾ ਲਿਆ ਜਾਵੇ ਕਿ ਨਹੀਂ ਆਪਾਂ ਇੱਕੋ ਉਮੀਦਵਾਰ ਸਾਂਝੇ ਤੌਰ ਤੇ ਲੈ ਚੱਲੇ। ਮੈਂ ਇਹਦਾ ਵੀ ਤੁਹਾਨੂੰ ਥੋੜਾ ਜਿਹਾ ਸੰਕੇਤ ਦੇ ਚੁੱਕਾ ਸੀਗਾ ਪਿਛਲੇ ਪ੍ਰੋਗਰਾਮ 'ਚ ਕਿ ਐਸਾ ਹੋ ਸਕਦਾ ਹੈ ਕਿ ਕੋਈ ਪੰਥਕ ਉਮੀਦਵਾਰ ਇੱਕ ਹੋ ਜਾਵੇ ਤੇ ਅਕਾਲੀ ਜਿਹੜੇ ਆ ਉਹ ਵੱਖ-ਵੱਖ ਧੜਿਆਂ 'ਚ ਵੰਡੇ ਜਾਂ ਵੱਖ-ਵੱਖ ਜਥੇਬੰਦੀਆਂ 'ਚ ਵੰਡੇ ਜਿਹੜੇ ਆ ਉਹ ਇੱਕ ਮੱਤ ਜਾਂ ਇੱਕ ਝੰਡੇ ਹੇਠ ਹੋ ਜਾਣ। ਸੋ ਐਸੇ ਵੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਚਰਚੇ ਹੋਏ ਨੇ। ਬਾਕੀ ਦੇਖਦੇ ਹਾਂ ਜੀ, ਇਹ ਰਿਪੋਰਟ ਤੇ ਹੁਣ ਬਾਅਦ ਦੇ ਵਿੱਚ ਡਿਸਕਸ ਕੀਤੀ ਜਾਏਗੀ। ਪਰ ਇਹਦੇ ਬਾਰੇ ਮੇਰੇ ਖਿਆਲ ਦੇ ਨਾਲ, ਜਿਵੇਂ ਮੈਂ ਕਿਹਾ, ਤੁਹਾਡੇ ਨਾਲ ਇੱਕ ਐਕਸਪੀਰੀਅੰਸ ਸ਼ੇਅਰ ਕੀਤਾ, ਮੈਂ ਆਪਣਾ ਤਜਰਬਾ ਸ਼ੇਅਰ ਕੀਤਾ ਜਾਂ ਕਹਿ ਲਓ ਕਿ ਪਿਛਲੇ ਦਿਨਾਂ ਦਾ, ਕਿ ਇਹ ਸ਼ਾਇਦ ਲੀਡਰਾਂ ਨੂੰ ਵੀ ਕਿਤੇ ਨਾ ਕਿਤੇ ਉਡੀਕੀ ਜਾ ਰਹੀ ਸੀ ਰਿਪੋਰਟ। ਉਹਨਾਂ ਨੂੰ ਵੀ ਉਡੀਕ ਸੀਗੀ ਕਿ ਸਾਡੀ ਪਾਰਟੀ ਦਾ ਮੁਸਤਕਬਲ ਕਿਹੋ ਜਿਹਾ ਹੋਏਗਾ, ਉਹ ਇਸ ਰਿਪੋਰਟ ਤੇ ਕਿਤੇ ਨਾ ਕਿਤੇ ਮੁਨਸਰ ਕਰਦਾ, ਨਿਰਭਰ ਕਰਦਾ। ਸੋ ਦੇਖਦੇ ਹਾਂ ਆਉਣ ਵਾਲੇ ਦਿਨਾਂ 'ਚ ਕੀ ਅਕਾਲੀ ਦਲ ਦੇ ਸਿਖਰ ਤੇ ਲੀਡਰਸ਼ਿਪ ਦੇ ਵਿੱਚ ਕੋਈ ਪਰਿਵਰਤਨ ਆਉਂਦਾ, ਕੋਈ ਬਦਲਾਅ ਆਉਂਦਾ, ਜਾਂ ਫਿਰ ਪ੍ਰਧਾਨ ਹੀ ਲੀਡ ਕਰਨਗੇ। ਪਰ ਕੁਝ ਮਤਲਬ ਕਿ ਫੈਸਲੇ ਜਿਹੜੇ ਆ ਉਹ ਜਿਵੇਂ ਹੁਣ ਰਿਪੋਰਟ ਆ ਰਹੀ ਹੈ ਜਾਂ ਰਿਪੋਰਟ ਦੇ ਅੰਸ਼ ਛਪ ਰਹੇ ਆ, ਤੇ ਉਹਦੇ ਆਧਾਰ ਤੇ ਕੁਝ ਨਾ ਕੁਝ ਫੈਸਲੇ ਤੇ ਲੈ ਜਾਣਗੇ। ਜੀ ਆਈ ਥਿੰਕ ਥੋੜੀ ਜਿਹੀ ਕਾਲੀ ਹੋਊਗੀ ਇਸ ਦੇ ਉੱਤੇ, ਬਹੁਤੀਆਂ ਟਿੱਪਣੀਆਂ ਵੀ ਜਿਹੜੀਆਂ ਉਹ ਕਰਨੀਆਂ, ਥੋੜਾ ਜਿਹਾ ਇੰਤਜ਼ਾਰ ਕਰ ਲੈਣਾ ਚਾਹੀਦਾ ਆ ਵੀ ਅਸਲ 'ਚ ਜੀ ਬਿਲਕੁਲ ਇਹ ਕਰਦੇ ਕੀ ਆ, ਹੁੰਦਾ ਕੀ ਆ ਤੇ ਹੋਊਗਾ ਕੀ। ਜੀ ਬਿਲਕੁਲ, ਅਸੀਂ ਉਸੇ ਹੀ ਮਤਲਬ ਕਿ ਗੱਲ ਨੂੰ ਕਰ ਰਹੇ ਹਾਂ, ਆਪਣੇ ਸਰੋਤਿਆਂ ਤੱਕ ਪਹੁੰਚਾ ਰਹੇ ਹਾਂ ਜੋ ਮੀਡੀਆ 'ਚ ਆ ਚੁੱਕੀ ਹੈ, ਜੋ ਇਸ ਵੇਲੇ ਔਨ ਰਿਕਾਰਡ ਹੋ ਚੁੱਕੀ ਹੈ, ਉਸ ਗੱਲ ਨੂੰ ਹੀ ਤਕਰੀਬਨ ਜੋ ਮੀਡੀਆ 'ਚ ਛਪੀ ਹੁੰਦੀ ਹੈ ਜਾਂ ਔਨ ਰਿਕਾਰਡ ਆ ਚੁੱਕੀ ਹੁੰਦੀ। ਜਿੱਥੇ ਆਫ ਦਾ ਰਿਕਾਰਡ ਹੋਈ ਗੱਲ, ਮੈਂ ਉਹ ਜ਼ਰੂਰ ਕਲੀਅਰ ਕਰ ਦਿੱਤੀ ਕਿ ਆਫ ਦੀ ਰਿਕਾਰਡ ਮੇਰੇ ਨਾਲ ਇੱਕ ਵੱਡੇ ਲੀਡਰ ਨੇ ਇਹ ਗੱਲ ਜਿਹੜੀ ਹੈ ਸਾਂਝੀ ਜ਼ਰੂਰ ਕੀਤੀ ਸੀ। ਪਰ ਕਿਉਂਕਿ ਸਾਡਾ ਧਰਮ ਹੈ ਪੱਤਰਕਾਰਤਾ ਦੇ ਵਿੱਚ, ਅਸੀਂ ਕਿਸੇ ਲੀਡਰ ਦਾ ਨਾਂ ਨਹੀਂ ਲੈ ਸਕਦੇ ਤੇ ਨਾ ਹੀ ਕੋਈ ਅਗਾਊ ਐਸਾ ਰੌਲਾ ਪਾ ਸਕਦੇ। ਜੀ ਸੋ ਇਹ ਜਦੋਂ ਬਾਦਲ ਹੁਣੀ ਤੇ ਸਿਮਰਨਜੀਤ ਸਿੰਘ ਮਾਨ ਹੁਣੀ ਇਕੱਠੇ ਦੇਖੇ ਗਏ ਸੀ, ਇੱਕ ਵਾਰੀ ਸਾਰੇ ਜਾਣੇ ਇਕੱਠੇ ਸੀਗੇ, ਕੀ ਉਦੋਂ ਦੀਆਂ ਚੱਲ ਰਹੀ ਸੀਗੀ ਗੱਲਬਾਤ ਵੀ ਆਪਾਂ ਇਕੱਠੇ ਹੀ ਕਰੀਏ ਇੱਕ, ਜਾਂ ਉਸ ਤੋਂ ਬਾਅਦ ਦੇ ਵਿੱਚ ਹੀ ਕੁਝ ਹੋਇਆ ਹੋਊਗਾ? ਨਹੀਂ, ਹੋਈਆਂ ਬਾਅਦ ਦੇ
ਵਿੱਚ ਨੇ ਇਹ ਗੱਲਾਂ ਬਾਤਾਂ। ਪਰ ਕਈ ਵਾਰ ਹੋ ਸਕਦਾ ਹੈ ਕਿ ਜਦੋਂ ਮਤਲਬ ਕਿ ਕਈ ਵਾਰ ਇਹ ਹੁੰਦਾ ਹੈ ਨਾ ਕਿ ਆਪਾਂ ਫਰਜ਼ ਕਰੋ ਕਿ ਅਲੱਗ-ਅਲੱਗ ਪਿੰਡ ਦੇ ਵਿੱਚ ਅਲੱਗ-ਅਲੱਗ ਕਲੱਬ ਬਣਾਏ ਨੇ, ਜੀ ਅਲੱਗ-ਅਲੱਗ, ਪਰ ਉਹ ਕਹਿੰਦੇ ਕਿ ਇੱਕ ਟੂਰਨਾਮੈਂਟ ਆਪਾਂ ਸਾਂਝਾ ਕਰ ਲਈਏ। ਹੂੰ ਤੁਸੀਂ ਅੱਡ ਕਰਾਉਨੇ ਹੋ, ਫਲਾਣੀ ਪੱਤੀ ਵਾਲੇ ਅੱਡ ਕਰਾਉਣੇ, ਜਿਵੇਂ ਤੁਹਾਡੇ ਦੁਆਬੇ 'ਚ ਵੀ ਬੜੇ ਪਿੰਡ ਹੋਣਗੇ, ਮਾਝੇ 'ਚ ਵੀ ਬੜੇ ਪਿੰਡ ਹੋਣਗੇ, ਮਾਲਵੇ ਵਿੱਚ ਵੀ ਬੜੇ ਪਿੰਡ ਹੋਣਗੇ। ਐਸੇ ਵੱਡੇ ਪਿੰਡ ਹੁੰਦੇ ਜਿੱਥੇ 4-4 ਜਾਂ 2-2 ਜਾਂ 3-3 ਕਲੱਬ ਹੁੰਦੇ ਆ ਤੇ ਕਈ ਵਾਰ 2-2 3-3 ਟੂਰਨਾਮੈਂਟ। ਹੁਣ ਆਪਾਂ ਇਹ ਕਿਵੇਂ ਕਹਿ ਸਕਦੇ ਹਾਂ ਕਿ ਟੂਰਨਾਮੈਂਟ ਵਾਲੇ ਦਿਨ ਇਕੱਠੇ ਹੋ ਗਏ ਜੀ, ਕਹਿੰਦੇ ਚਲੋ ਆ ਜਾਓ ਟੂਰਨਾਮੈਂਟ ਤੋਂ, ਉੱਥੇ ਆ ਜਾਓ ਗਰਾਊਂਡ 'ਚ। ਸਭ ਤੋਂ ਪਹਿਲਾਂ ਤਾਂ ਕਿਤੇ ਨਾ ਕਿਤੇ ਮੀਟਿੰਗ ਹੋਏਗੀ ਨਾ, ਜਾਂ ਅੰਦਰ ਸਾਲਸੀ ਜਾਣਗੇ ਕਿ ਹਾਂ ਬਾਈ ਆਪਾਂ ਅੱਡ-ਅੱਡ ਪੈਸੇ ਲਾਉਣੇ ਆ, ਪਿੰਡ ਤੇ ਇੱਕੋ ਹੀ ਆ ਨਾ, ਤੇ ਕਿਉਂ ਨਾ ਆਪਾਂ ਏਦਾਂ ਕਰ। ਇਹ ਹੋ ਸਕਦਾ ਹੈ ਨਾ, ਇਹ ਚੀਜ਼ ਨੂੰ ਮੈਂ ਮਿਸਾਲ ਦੇ ਨਾਲ ਸਮਝਾ ਰਿਹਾ ਕਿਉਂਕਿ ਮੇਰੇ ਕੋਲ ਪ੍ਰੋੜਤਾ ਕਰਨ ਵਾਸਤੇ ਕੋਈ ਤੱਥ ਨਹੀਂ ਹੈ। ਇੱਕ ਤੁਸੀਂ ਸਵਾਲ ਕੀਤਾ ਜਾਂ ਸੰਭਾਵਨਾ ਜਤਾਈ ਤੇ ਮੈਂ ਉਹਦਾ ਇੱਕ ਮਿਸਾਲ ਦੇ ਨਾਲ ਇਹ ਦੂਸਰਾ ਪੱਖ ਰੱਖਿਆ ਵਾ ਕਿ ਹੋ ਸਕਦਾ ਹੈ ਕਿ ਆਪਾਂ ਟੂਰਨਾਮੈਂਟ ਵਾਲੇ ਦਿਨ ਇਕੱਠੇ ਵੇਖ ਰਹੇ ਹਾਂ, ਨਹੀਂ, ਪਰ ਉਸ ਤੋਂ ਪਹਿਲਾਂ ਇਕੱਠੇ ਹੋਣ ਦੀ ਕੁਵਤ ਜਿਹੜੀ ਹੈ ਸ਼ਾਇਦ ਅੰਦਰ ਖਾਤੇ ਚੱਲ ਰਹੀ ਹੈ। ਇਹ ਸੰਭਾਵਨਾ ਹੋ ਸਕਦੀ। ਜੀ ਕਹਿੰਦੇ ਹੁਣ ਅਗਲਾ ਨੰਬਰ ਸਿੰਜਾਈ ਘਟਾਲੇ ਦਾ ਹੋ ਸਕਦਾ। ਲੱਗੇਗਾ ਬਾਈ, ਲੱਗੇਗਾ। ਇਹ ਹੋ ਸਕਦਾ ਹੈ ਕਿ ਵੈਸੇ ਤੇ ਮੈਨੂੰ ਲੱਗਦਾ ਕਿ ਸੰਗਰੂਰ ਚੋਣ ਤੋਂ ਪਹਿਲਾਂ ਹੋ ਜਾਣਾ ਚਾਹੀਦਾ ਸੀਗਾ, ਕਿਉਂਕਿ ਦੇਖੋ ਜਦੋਂ ਤੁਸੀਂ ਮੈਦਾਨ 'ਚ ਜਾਣਾ ਤੇ ਤੁਹਾਡੀ ਝੋਲੀ 'ਚ ਪ੍ਰਾਪਤੀਆਂ ਹੋਣੀਆਂ ਚਾਹੀਦੀਆਂ। ਟੈਸਟ ਬਹੁਤ ਵੱਡਾ, ਪਹਿਲਾ ਹੀ ਇਮਤਿਹਾਨ ਬਹੁਤ ਵੱਡਾ ਹੈ, ਤਿਆਰੀ ਵੀ ਤੁਹਾਡੀ ਫਿਰ ਉਸੇ ਪੱਧਰ ਦੀ ਹੋਣੀ ਚਾਹੀਦੀ ਆ। ਬਟ ਮੈਨੂੰ ਲੱਗਦਾ ਕਿ ਹੁਣ ਉੱਥੋਂ ਤੱਕ ਤੇ ਕੰਮ ਨਹੀਂ ਚੱਲੇਗਾ ਕਿਉਂਕਿ ਦਿਨ ਕੁਛ ਰਹਿ ਗਏ, ਪਰ ਧਮਾਕੇ ਹੋਣ ਲੱਗੇ ਕੋਈ ਸਮਾਂ ਥੋੜੀ ਲੱਗਦਾ ਹੈ। ਬਸ ਉਹ ਫੀਤਾ ਜਿਹਾ ਹੁੰਦਾ ਨਾ ਬੰਬ ਦੇ ਉਰਲੇ ਪਾਸੇ ਤੇ ਬਸ ਪੀਲੀ ਲੱਗਦੀ ਸ਼ੁਰ ਤੇ ਫਿਰ ਠਾ, ਕੋਈ ਜ਼ਿਆਦਾ ਟਾਈਮ ਵੀ ਨਹੀਂ ਲੱਗਦਾ। ਉਹ ਜਿਵੇਂ ਨਾ ਇੱਕ ਕਹਾਵਤ ਆ ਕਿ ਮੰਜੇ ਤੋਂ ਭੋਏ ਕੋਈ ਬਹੁਤੀ ਦੂਰ ਨਹੀਂ ਹੁੰਦੀ, ਤੇ ਮੈਂ ਕਹਿੰਦਾ ਹੁੰਦਾ ਲੀਡਰਾਂ ਦੀ ਜੜ ਤੇ ਸਮਝ ਲਓ ਕਿ ਧਰਤੀ ਤੋਂ 2.5 ਫੁੱਟ ਉੱਤੇ ਆ, ਇਹ ਤੇ ਜਦੋਂ ਮਰਜ਼ੀ ਪੱਟੀ ਜਾ ਸਕਦੀ ਆ। ਤਾਂ ਬਹਰਹਾਲ ਸਿੰਜਾਈ ਘੁਟਾਲਾ ਬੇਸਿਕਲੀ ਇੱਕ ਐਸਾ ਘੁਟਾਲਾ ਹੈ ਜਿਹੜਾ ਸਾਡੇ ਇਲਾਕੇ ਦੇ ਨਾਲ ਜ਼ਿਆਦਾ ਸੰਬੰਧ ਰੱਖਦਾ, ਕਿਉਂਕਿ ਸੇਮ ਵਗੈਰਾ ਇੱਧਰ ਸੀਗੀ ਤਾਂ ਫਿਰ ਪ੍ਰੋਜੈਕਟ ਇੱਧਰ ਲਿਆਂਦੇ ਗਏ। ਉਹਦੇ 'ਚ ਕੀ ਸੀਗਾ, ਬੜੀ ਸਿੰਪਲ ਤਰੀਕੇ ਦੇ ਨਾਲ ਮੈਂ ਦੱਸ ਦਿੰਦਾ ਕਿ ਉਹ ਖੇਡ ਕੀ ਸੀਗੀ ਕਿ ਜਦੋਂ ਟੈਂਡਰਿੰਗ ਹੋਈ ਤਾਂ ਉਹਦੇ ਵਿੱਚ ਗੁਰਿੰਦਰ ਭਾਪਾ ਨਾਮ ਤੁਸੀਂ ਸੁਣਿਆ ਹੋਏਗਾ, ਹਾਲਾਂਕਿ ਸੰਕੋਚ ਕਰਨਾ ਚਾਹੀਦਾ ਪਰ ਕਿਉਂਕਿ ਮੀਡੀਆ 'ਚ ਇਸੇ ਨਾਂ ਦੇ ਨਾਲ ਸੰਬੋਧਨ ਕੀਤਾ ਜਾਂਦਾ ਹੈ। ਗੁਰਿੰਦਰ ਸਿੰਘ ਮੈਂ ਕਹਿ ਦਿੰਦਾ ਠੇਕੇਦਾਰ, ਕਿਉਂਕਿ ਸਾਡਾ ਕੰਮ ਆ, ਅਸੀਂ ਅਦਬ ਜ਼ਰੂਰ ਦਈਏ ਹਰੇਕ ਦੇ ਨਾਮ। ਤਾਂ ਗੁਰਿੰਦਰ ਸਿੰਘ ਜਿਹੜਾ ਕਿ ਬਹੁਤ ਪਾਵਰਫੁਲ ਠੇਕੇਦਾਰ ਬਣਿਆ, ਉਹਦੇ ਬਾਰੇ ਕਿਹਾ ਜਾ ਰਿਹਾ ਕਿ ਜੋ ਟੈਂਡਰ ਉਹ ਹਾਸਲ ਕਰਦਾ ਸੀਗਾ, ਮਤਲਬ ਕਿ ਥੋੜੀ ਜਿਹੀ ਉਹਦੀ ਕੰਪਨੀ ਦੀ ਟਰਨਓਵਰ ਸੀਗੀ 34 ਕਰੋੜ ਦਾ ਮਾਲਕ ਸੀ, ਤੇ ਫਿਰ ਦਿਨਾਂ 'ਚ ਉਹ 300-400 ਕਰੋੜ ਤੱਕ ਜਾ ਪਹੁੰਚਿਆ। ਤਾਂ ਉਹਨੂੰ ਟੈਂਡਰਿੰਗ 'ਚ ਜਿੱਦਾਂ ਆਪਾਂ ਕਹਿ ਲਈਏ ਕਿ ਫੇਵਰ ਦਿੱਤਾ ਗਿਆ। ਮਿਸਾਲ ਕਿ ਬਾਈ ਉਹ ਟੈਂਡਰ ਜਿਹੜਾ ਹਾਈਐਸਟ ਰੇਟ ਤੇ ਜਾਂਦਾ 7 ਰੁਪਏ ਤੇ ਇਹਨੂੰ ਦੇ ਦਿੱਤਾ ਗਿਆ 10 ਰੁਪਏ ਤੇ, ਮਤਲਬ ਕਿ ਉਹਦੇ ਤੋਂ ਵਧਾ ਕੇ ਵੀ ਤੂੰ ਚੱਕ। ਤਾਂ ਉਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਫੇਵਰਿਜ਼ਮ ਹੋ ਗਿਆ। ਤਾਂ ਉਹਦਾ ਕਾਰਨ ਵੀ ਦੱਸਿਆ ਜਾਂਦਾ ਕਿ ਇਹਦੀ 65 ਜਿਹੜੀ ਸੀਗੀ ਮੰਤਰੀਆਂ ਤੱਕ ਸੀ। ਮੇਰੇ ਖਿਆਲ ਦੇ ਨਾਲ 2 ਤੇ ਸਾਬਕਾ ਮੰਤਰੀ ਜਿਹੜੇ ਇਹਦੇ 'ਚ ਸਿੱਧੇ ਤੌਰ ਤੇ ਸ਼ਾਮਲ ਦੱਸੇ ਜਾਂਦੇ ਆ, 2 ਕੁਝ ਪੀਏ ਨੇ, ਇੱਕ ਹੋਰ ਮੇਰੇ ਖਿਆਲ ਦੇ ਨਾਲ ਆਈਐਸ ਅਧਿਕਾਰੀ ਵੀ ਆ। ਆਈਐਸ ਅਧਿਕਾਰੀ ਇਹਦੇ 'ਚ 2-3 ਨੇ। ਇੱਕ ਬਹੁਤ ਇਮਾਨਦਾਰ ਸਮਝਿਆ ਜਾਂਦਾ ਹੈ, ਰਿਟਾਇਰ ਹੋ ਚੁੱਕਾ ਹੈ, ਉਹਦੀ ਇਮਾਨਦਾਰੀ ਦੀਆਂ ਮਿਸਾਲਾਂ ਅੱਜ ਵੀ ਆਪਾਂ ਦਿੰਦੇ ਆ, ਪਰ ਉਹਦੇ ਮੁੰਡੇ ਦੀ ਕੰਪਨੀ ਦੇ ਨਾਲ ਵੀ ਲੈਣ ਦੇਣ ਆ। ਸੋ ਗੁਰਿੰਦਰ ਨੇ ਕਹਿੰਦੇ ਇਕਬਾਲੀਆ ਬਿਆਨ ਦਿੱਤਾ ਹੋਇਆ ਕਿ ਮੈਨੂੰ ਇੰਨੇ ਕਰੋੜ ਦਿੱਤੇ, ਇਹਨੂੰ ਇੰਨੇ ਕਰੋੜ ਦਿੱਤੇ, ਇਕਬਾਲੀਆ ਬਿਆਨ ਹੈ ਉਹਦਾ ਲਿਖਤੀ। ਸੋ ਇਸ ਕਰਕੇ ਇਹ ਮਾਮਲਾ ਜਿਹੜਾ ਫਿਰ ਕੈਪਟਨ ਸਰਕਾਰ ਵੇਲੇ ਉੱਠਿਆ, ਤੁਹਾਨੂੰ ਯਾਦ ਹੋਏਗਾ ਜਦੋਂ ਸਰਕਾਰ ਬਦਲੀ ਸੀ ਤੇ ਨਾਲ ਦੀ ਨਾਲ ਹੀ ਇਹ ਸਿੰਜਾਈ ਘੁਟਾਲੇ ਦੀਆਂ ਪਰਤਾਂ ਖੁੱਲਣੀਆਂ ਸਟਾਰਟ ਹੋਈਆਂ ਸਨ। ਪਰ ਹੋਇਆ ਕਿ ਫਿਰ ਅਮਰਿੰਦਰ ਸਿੰਘ ਜਿਸ ਤਰ੍ਹਾਂ ਚੱਲੇ ਸਭ ਨੂੰ ਪਤਾ ਹੀ ਆ। ਤਾਂ ਉਸ ਤੋਂ ਬਾਅਦ ਇਹ ਫਾਈਲਾਂ ਜਿਹੜੀਆਂ ਨੇ ਉਹ ਦਬ ਦਿੱਤੀਆਂ ਗਈਆਂ, ਕਹਿੰਦੇ ਕਿ ਹੁਣ ਇਹ ਘੱਟਾ ਮਿੱਟੀ ਝਾੜ ਰਹੇ ਨੇ ਉਹਨਾਂ ਤੇ ਬਹੁਤ ਜਲਦੀ ਸਿੰਜਾਈ ਘੁਟਾਲੇ ਦੇ ਵਿੱਚ ਕਾਰਵਾਈ ਹੋ ਸਕਦੀ ਆ। ਤਾਂ ਕਾਰਵਾਈ ਕਰਨ ਦਾ ਮਨੋਰਥ ਅਸਲ ਦੇ ਵਿੱਚ ਇਹੀ ਰਹਿੰਦਾ ਹੈ ਕਿ ਹਾਂ ਬਾਈ ਦਿਖਾਇਆ ਜਾਵੇ ਕਿ ਸਾਡੀ ਸਰਕਾਰ ਜ਼ੀਰੋ ਟੋਲਰੈਂਸ ਤੇ ਚੱਲ ਰਹੀ ਹੈ ਕਰਪਸ਼ਨ ਦੇ ਮਾਮਲੇ 'ਚ, ਪੁਰਾਣੇ ਮਾਮਲਿਆਂ 'ਚ ਵੀ ਤੇ ਨਵੇਂ ਮਾਮਲਿਆਂ 'ਚ। ਸੋ ਪਰ ਇਹ ਚੰਗੀ ਗੱਲ ਆ। ਦੇਖੋ ਸਿਆਸਤਦਾਨਾਂ ਨੇ ਸਿਆਸੀ ਮਫਾਦ ਆਪਣੇ ਜ਼ਰੂਰ ਵੇਖਣੇ ਹੁੰਦੇ ਆ, ਪਰ ਇਸ ਤਰ੍ਹਾਂ ਦੀਆਂ ਕਾਰਵਾਈਆਂ ਜੇ ਨਾ ਹੋਣ, ਮਤਲਬ ਕਿ ਤੁਸੀਂ ਦੇਖ ਲਓ ਕਿ ਕਰੋੜਾਂ ਅਰਬਾਂ ਦੇ ਘੁਟਾਲੇ ਹੋਣ ਤੇ ਉਹਦੇ ਤੇ ਕਾਰਵਾਈ ਨਾ ਹੋਵੇ। ਆਪਾਂ ਇੱਕ ਵਾਰੀ ਤੁਹਾਨੂੰ ਪਤਾ ਨਾ ਲਿਸਟ ਪੜ੍ਹੀ ਸੀ ਘੁਟਾਲਿਆਂ ਦੀ, ਯਾਦ ਹੋਏਗਾ, ਹਾਂਜੀ, ਕਿੰਨੇ ਘੁਟਾਲੇ ਆਪਾਂ ਪੜ੍ਹੇ ਸੀ ਵੀ ਜਿਨ੍ਹਾਂ ਤੇ ਅੱਜ ਤੱਕ ਕੁਝ ਵੀ ਬਣਿਆ ਹੀ ਨਹੀਂ, ਕੱਖ ਵੀ ਨਹੀਂ ਹੋਇਆ। ਤੇ ਜੇ ਇਹ ਫਿਰ ਤੇ ਚੱਲਦੀ ਜਾਏਗੀ ਤੇ ਫਿਰ ਤੇ ਬੇਖੌਫਤਾ ਦੇ ਨਾਲ ਅਗਲਾ ਘੁਟਾਲਾ ਕਰਦਾ ਹੈ ਨਾ ਕਿ ਫਲਾਣੇ 'ਚ ਕੀ ਹੋ ਗਿਆ ਸੀ।
ਕਿ ਜੇ ਇਸ ਤਰ੍ਹਾਂ ਦੀ ਮਿਸਾਲ ਹੋਵੇ ਕਿ ਹਾਂ ਯਾਰ ਸਰਕਾਰ ਬਦਲਣ ਤੇ ਵੀ ਘੁਟਾਲੇ ਨਿਕਲ ਆਉਂਦੇ, ਅੱਜ ਤੇ ਸਰਕਾਰ ਸਾਡੀ ਆ, ਕੱਲ ਨੂੰ ਕਿਸੇ ਹੋਰ ਦੀ ਆ, ਤਾਂ ਉਹ ਮਿਸਾਲ ਜ਼ਰੂਰ ਇਹਨਾਂ ਨੂੰ ਪਾਉਣੀ ਚਾਹੀਦੀ ਹੈ। ਜੇ ਪਾਉਣ ਤੇ ਬਹੁਤ ਅੱਛੀ ਗੱਲ ਹੋਏਗੀ। ਜੀ ਜੀ ਜੀ। ਹਾਈ ਕੋਰਟ ਨੇ ਪੁੱਛਿਆ ਆ ਪੰਜਾਬ ਤੇ ਹਰਿਆਣੇ ਨੂੰ ਨੁਕਸਾਨ ਦੇ ਬਾਰੇ। ਦੇਖੋ, ਇਹ ਜਿਹੜੀ ਇੱਕ ਹਿੰਸਾ ਹੋਈ ਸੀਗੀ ਨਾ ਪੰਚਕੂਲਾ ਦੇ ਵਿੱਚ, ਜੇ ਆਪਾਂ ਦੇਖੀਏ ਤਾਂ ਜਦੋਂ ਇਹਨੂੰ ਡੇਰੇਦਾਰ ਨੂੰ ਕੀਤਾ ਗਿਆ ਸੀਗਾ, ਦੋਸ਼ੀ ਕਰਾਰ ਕੀਤਾ ਗਿਆ ਸੀਗਾ, ਤਾਂ ਉਹਦੇ ਵਿੱਚ ਜੋ ਨੁਕਸਾਨ ਹੋਇਆ ਹੈ, ਮਤਲਬ ਕਿ ਜਿੰਨਾ ਵੀ ਨੁਕਸਾਨ ਹੋਇਆ ਜੀ ਉਹਦੇ ਬਾਰੇ ਪੰਜਾਬ ਹਰਿਆਣਾ ਤੋਂ ਇਹਨਾਂ ਨੇ ਪੁੱਛਿਆ ਹਾਈ ਕੋਰਟ ਵਾਲਿਆਂ ਨੇ ਕਿ ਭਾਈ ਤੁਸੀਂ ਦੱਸੋ। ਕਿਉਂਕਿ ਦੇਖੋ, ਜਦੋਂ ਦੋਸ਼ੀ ਕਰਾਰ ਦੇ ਦਿੱਤਾ ਗਿਆ ਉਸ ਤੋਂ ਬਾਅਦ ਹਿੰਸਾ ਜਿਹੜੀ ਉਹ ਤੇਜ਼ੀ ਦੇ ਨਾਲ ਉੱਥੇ ਫੈਲੀ। 2 ਸਾਲ ਤੋਂ ਇਸ ਸੁਣਵਾਈ, ਇਸ ਮਤਲਬ ਕਿ ਪਟੀਸ਼ਨ ਤੇ ਸੁਣਵਾਈ ਨਹੀਂ ਹੋਈ। ਯਾਦ ਹੋਏਗਾ ਤੁਹਾਨੂੰ, ਇਹ ਸੁਣਵਾਈ ਤੇ ਵੈਸੇ ਉਦੋਂ ਹੀ ਸ਼ੁਰੂ ਹੋ ਗਈ ਸੀ ਨਾ ਕਿ ਕਿੰਨਾ ਨੁਕਸਾਨ ਹੋਇਆ ਜੀ, ਡੇਰੇ ਤੋਂ ਭਰਾਇਆ ਜਾਵੇ ਜਾਂ ਏਦਾਂ ਕੀਤਾ ਜਾਵੇ। ਤਾਂ ਜੋ ਮਤਲਬ ਕਿ ਪ੍ਰਾਪਰਟੀ ਦਾ ਨੁਕਸਾਨ ਹੋਇਆ, ਸਿਵਿਲੀਅਨ, ਆਮ ਸਿਵਿਲੀਅਨ ਦੀ ਪ੍ਰਾਪਰਟੀ ਦਾ ਨੁਕਸਾਨ ਹੋਇਆ। ਵੈਸੇ ਤੇ ਤੁਹਾਨੂੰ ਪਤਾ ਡੇਰਾ ਪ੍ਰੇਮੀਆਂ ਦਾ ਬਹੁਤ ਨੁਕਸਾਨ ਹੋਇਆ, ਜਾਨਾਂ ਚਲੇ ਗਈਆਂ ਕਈਆਂ ਦੀਆਂ। ਤਾਂ ਮਤਲਬ ਕਿ ਆਮ ਸਿਵਿਲੀਅਨ ਦਾ ਵੀ ਉੱਥੇ ਬਹੁਤ ਨੁਕਸਾਨ ਹੋਇਆ, ਸਰਕਾਰੀ ਪ੍ਰਾਪਰਟੀ ਦਾ ਵੀ ਬਹੁਤ ਨੁਕਸਾਨ ਹੋਇਆ। ਤਾਂ ਉਹਦਾ ਫਿਰ ਕੰਮ ਖੜ ਗਿਆ ਸੀ। ਹੁਣ ਉਸੇ ਸੰਦਰਭ ਦੇ ਵਿੱਚ ਦੁਬਾਰ ਤੋਂ ਇਹ ਮਾਮਲਾ ਜਿਹੜਾ ਸੁਣਵਾਈ ਅਧੀਨ ਲਿਆਂਦਾ ਗਿਆ। ਤਾਂ ਇਹ ਜਿਹੜੀ ਸੁਣਵਾਈ ਹੋਈ ਸੀ, ਆਖਰੀ ਸੁਣਵਾਈ ਦੱਸਦੇ ਕਿ 2020 ਦੇ ਵਿੱਚ ਹੋਈ ਸੀ, ਹਿਸਾਬ ਲਾ ਲਓ ਤੁਸੀਂ। ਤਾਂ ਹੁਣ ਹਾਈ ਕੋਰਟ ਨੇ ਤੈਅ ਕਰਨਾ ਹੈ ਕਿ ਇਹਦੀ ਭਰਪਾਈ ਕਰੇਗਾ ਕੌਣ। ਕਿਉਂਕਿ ਦੇਖੋ ਗੱਲ ਕੀ ਹੈ ਕਿ ਜਿਹੜੇ ਹਾਈ ਕੋਰਟ ਨੂੰ ਸਹਿਯੋਗ ਕਰ ਰਹੇ ਨੇ ਸੀਨੀਅਰ ਐਡਵੋਕੇਟ ਅਨੁਪਮ ਗੁਪਤਾ, ਉਹਨਾਂ ਨੇ ਕਿਹਾ ਕਿ ਜੋ ਦੰਗਿਆਂ ਦੇ ਵਿੱਚ ਨੁਕਸਾਨ ਹੋਇਆ ਉਹਦੇ ਲਈ ਸਰਕਾਰ ਜ਼ਿੰਮੇਵਾਰ ਹੈ। ਡੇਰੇ ਵੱਲੋਂ ਇਹ ਕਿਹਾ ਗਿਆ ਕਿ ਇਸ ਮਾਮਲੇ ਵਿੱਚ ਡੇਰੇ ਦਾ ਕੋਈ ਦੋਸ਼ ਨਹੀਂ ਤੇ ਨਾ ਹੀ ਉਸ ਤੋਂ ਰਿਕਵਰੀ ਕੀਤੀ ਜਾ ਸਕਦੀ ਹੈ। ਤੇ ਮਤਲਬ ਕਿ ਨੁਕਸਾਨ ਦੇ ਆਂਕਲਣ ਵਾਸਤੇ ਇੱਕ ਕਮੇਟੀ ਜਿਹੜੀ ਹੈ ਉਹ ਗਠਿਤ ਕੀਤੀ ਜਾ ਸਕਦੀ ਹੈ। ਮਤਲਬ ਕਿ ਉਹ ਕਹਿੰਦੇ ਆ ਕਿ ਡੇਰੇ ਵਾਲੇ ਤੇ ਦੇਖੋ ਮੰਨ ਨਹੀਂ ਰਹੇ। ਉਹ ਕਹਿੰਦੇ ਆ ਕਿ ਸਾਡਾ ਇਹਦੇ ਚ ਕੀ ਰੋਲ ਹੈ, ਸਰਕਾਰ ਜ਼ਿੰਮੇਵਾਰੀ, ਲਾਅ ਐਂਡ ਆਰਡਰ ਉਹਨਾਂ ਦਾ ਕੰਮ। ਤਾਂ ਇਹ ਮਸਲਾ ਥੋੜਾ ਜਿਹਾ ਹੁਣ ਉਲਝ ਗਿਆ, ਪਰ ਇਹਦੀ ਸੁਣਵਾਈ ਜ਼ਰੂਰ ਸਟਾਰਟ ਹੋ ਗਈ ਆ। ਤਾਂ ਸਭ ਤੋਂ ਪਹਿਲਾਂ ਲਿਸਟ ਬਣੇਗੀ ਭਾਈ ਨੁਕਸਾਨ ਕਿੱਥੇ ਕਿੱਥੇ ਕਿੰਨਾ ਕਿੰਨਾ ਹੋਇਆ। ਪੰਜਾਬ ਦੇ ਵਿੱਚ ਹੋਇਆ ਤੇ ਜ਼ਰੂਰ ਸੀ, ਮੈਨੂੰ ਯਾਦ ਆ ਕੁਝ ਪੈਟਰੋਲ ਪੰਪ ਜਾਂ ਕੁਝ ਥਾਵਾਂ ਤੇ ਹਮਲੇ ਹੋਏ ਸੀ, ਤੁਹਾਨੂੰ ਯਾਦ ਹੋਏਗਾ, ਨੁਕਸਾਨ ਜ਼ਰੂਰ ਹੋਇਆ ਸੀਗਾ, ਪਰ ਐਗਜ਼ੈਕਟ ਕਿੰਨੇ ਦਾ ਹੋਇਆ ਉਹ ਫਿਰ ਰਿਪੋਰਟ ਤੇ ਪਤਾ ਲੱਗੇ। ਜੀ ਜੀ ਜੀ। ਮਿੰਟੂ ਜੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਬਹੁਤ ਸ਼ੁਕਰੀਆ। ਮਿਲਦੇ ਹਾਂ ਜੀ ਅਗਲੀ ਵਾਰ। ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਸੋ ਤੇ ਪ੍ਰੋਗਰਾਮ ਦੀ ਇੱਥੇ ਸਮਾਪਤੀ। ਮੇਰੇ ਵੱਲੋਂ ਵੀ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।